ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਪ੍ਰਾਪਤ ਹੋਈਆਂ ਨੇ। ਆਓ ਜੋ ਇਤਿਹਾਸ ਦੀ ਕਥਾ ਦਾ ਸਮਾਂ ਹੈ। ਅਤੀ ਸਤਿਕਾਰਯੋਗ ਮਹਾਨ ਵਿਦਵਾਨ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਉਹਨਾਂ ਦੁਆਰਾ ਰਚਿਤ ਤਵਾਰੀਖ ਗੁਰੂ ਖਾਲਸਾ ਗ੍ਰੰਥ, ਜੋ ਕਿ ਵਾਰਤਕ ਰੂਪ ਦੇ ਵਿੱਚ ਬਹੁਤ ਸੰਖੇਪ ਸਾਖੀਆਂ ਨੇ, ਆਪ ਜੀ ਸਰਵਣ ਕਰ ਰਹੇ ਹੋ। ਨਲਾਉਣ ਦੇ ਜੰਗ ਦੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਜੀਵਨ ਪ੍ਰਸੰਗ ਦੇ ਇੱਥੇ ਤੱਕ ਸਾਖੀਆਂ ਸਰਵਣ ਕੀਤੀਆਂ। ਤਾਂ ਨਲਾਉਣ ਤੋਂ ਆਉਂਦਿਆਂ ਜਿਵੇਂ ਆਲਸੂਨ ਪਿੰਡ ਦੇ ਰਾਜਪੂਤਾਂ ਨਾਲ ਛੋਟੀ ਜੀ ਜੰਗ ਵੀ ਹੋਈ, ਉਹ ਸਾਖੀ ਵੀ ਉਪਰੰਤ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ ਹੋਣਾ, ਹੋਰ ਸਾਖੀਆਂ ਸਰਵਣ ਕੀਤੀਆਂ। ਤੋ ਇਸ ਤੋਂ ਅੱਗੇ ਇਹ ਜੋ ਆਲਸੂਨ ਪਿੰਡ ਦੇ ਰਾਜਪੂਤ, ਇਹ ਸਾਰੇ ਰਾਜਿਆਂ ਦੇ ਕੋਲੇ ਥੋੜ੍ਹੇ ਥੋੜ੍ਹੇ ਨੌਕਰ ਸਨ। ਆਲਸੂਨ ਪਿੰਡ ਦੇ ਵੱਖ-ਵੱਖ ਰਾਜਿਆਂ ਕੋਲੇ ਨੌਕਰੀ ਕਰਦੇ। ਇਸ ਕਰਕੇ ਉਸ ਪਿੰਡ ਦੇ ਲੁੱਟੇ ਮਾਰੇ ਜਾਣ ਦਾ ਹਾਲ ਸੁਣ ਕੇ ਭਾਵੇਂ ਦੁਖੀ ਤਾਂ ਸਾਰੇ ਰਾਜੇ ਹੋਏ ਤੇ ਮਨ ਦੇ ਵਿੱਚ ਵੱਟ ਵੀ ਖਾਧਾ, ਪਰ ਗੁਰੂ ਪਾਤਸ਼ਾਹ ਉੱਤੇ ਕੋਈ ਜ਼ੋਰ ਨਾ ਪੈਂਦਾ ਦੇਖ ਕੇ ਚੁੱਪ ਹੋ ਗਏ। ਤੇ ਇੱਧਰ ਜਦੋਂ ਅਲਫ ਖਾਂ ਦੀ ਹਾਰ ਹੋਈ ਹੈ, ਉਹ ਸੂਬੇ ਲਾਹੌਰ ਨੂੰ ਪਤਾ ਲੱਗਿਆ, ਉਸਨੇ ਸੁਣੀ ਤੇ ਬਹੁਤ ਤੜਫਿਆ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਸ ਹਾਰ ਦੇਣ ਦਾ ਉਹਨੇ ਕਾਰਨ ਸਮਝਿਆ। ਫਿਰ ਆਪਣੇ ਪੁੱਤਰ ਰੁਸਤਮ ਖਾਂ ਨੂੰ 1000 ਅਸਵਾਰ ਦੇ ਨਾਲ ਅਨੰਦਪੁਰ ਸਾਹਿਬ ਉੱਤੇ ਹਮਲਾ ਕਰਨ ਵਾਸਤੇ ਭੇਜ ਕੇ ਹੁਕਮ ਦਿੱਤਾ ਕਿ ਗੁਰੂ ਸਾਹਿਬ ਜੀ ਨੂੰ ਹਾਜ਼ਰ ਕਰੋ। ਤਦੇ ਹੀ ਖਾਨਜ਼ਾਦੇ ਨੇ ਬੜੀ ਤੇਜ਼ੀ ਦੇ ਨਾਲ ਚੱਲ ਕੇ ਅਨੰਦਪੁਰ ਸਾਹਿਬ ਦੇ ਨੇੜੇ ਸ਼ਾਮ ਜੀ ਦਾ ਸੰਝ ਦਾ ਸਮਾਂ ਸੀ, ਆ ਕੇ ਡੇਰੇ ਲਾ ਲਏ। ਵੱਡੀ ਰਾਤ ਗਈ ਤੂੰ ਮੁਸਲਮਾਨਾਂ ਦੀ ਫੌਜ ਆਈ ਸੁਣ ਕੇ ਆਲਮ ਸ਼ਾਹ ਡੇਵੜੀ ਵਾਲਾ, ਇਹਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਮਹਿਲਾਂ 'ਚੋਂ ਜਗਾਇਆ ਔਰ ਹਾਲ ਦੱਸਿਆ ਤਾਂ ਗੁਰੂ ਸਾਹਿਬ ਨੇ ਹੁਕਮ ਦਿੱਤਾ, ਇਉਂ ਕਰੋ ਨਗਾਰਾ ਵਜਵਾ ਦਿਓ।
ਸਾਰੇ ਯੋਧੇ ਧੌਂਸੇ ਦੀ ਆਵਾਜ਼ ਸੁਣ ਕੇ ਸਨੱਦਬੱਧ ਹੋ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਡੇਵੜੀ ਤੇ ਆ ਗਏ। ਆਲਮ ਸ਼ਾਹ ਇੱਥੇ ਡੇਵੜੀ ਤੇ ਮੁੱਖ ਉਹਦਾ ਪਹਿਰਾ ਹੁੰਦਾ ਸੀ, ਇਕੱਠੇ ਹੋ ਗਏ। ਹੁਕਮ ਹੋਇਆ ਮਹਾਰਾਜ ਦਾ ਵੀ ਇਹਨਾਂ ਦੁਸ਼ਮਣਾਂ ਦਾ ਅੱਗਾ ਰੋਕੋ। ਜਦੋਂ ਸਾਰੀ ਫੌਜ ਨੇ ਨਦੀ ਦੇ ਕਿਨਾਰੇ ਜਾ ਕੇ ਸ਼ੋਰ ਜਿਹਾ ਕੀਤਾ ਤੇ ਬੰਦੂਕਾਂ ਦੀ ਝਾੜੀ ਬਾੜੀ, ਤਾਂ ਇਹਨਾਂ ਨੇ ਜਿਹੜੀ ਬੰਦੂਕਾਂ ਦੀ ਕੜਕੜਾਹਟ ਸੀ ਉਹਨੂੰ ਸੁਣ ਕੇ ਤੁਰਕਾਨੀ ਫੌਜ ਦੇ ਛੱਕੇ ਛੁੱਟ ਗਏ। ਔਰ ਖਾਨਜ਼ਾਦਾ ਉਹਨੂੰ ਤੇ ਸੋਚਿਆ ਵੀ ਇਹਨਾਂ ਕੋਲੇ ਕੋਈ ਅਸਲਾ ਨਹੀਂ, ਪਰ ਹੈਰਾਨ ਰਹਿ ਗਿਆ, ਇੰਨੀਆਂ ਬੰਦੂਕਾਂ ਦੀ ਝਾੜ ਝੜੀ ਹੈ। ਗਿਆਨੀ ਜੀ ਕਹਿੰਦੇ ਖਾਨਜ਼ਾਦੇ ਨੂੰ, ਰੁਸਤਮ ਖਾਨ ਨੂੰ ਆਪਣੀ ਮਾਂ ਚੇਤੇ ਆ ਗਈ। ਅਫਸਰਾਂ ਨੇ ਸ਼ਹਿਜ਼ਾਦੇ ਨੂੰ ਕਿਹਾ ਵੀ ਇੱਥੇ ਬੇਅੰਤ ਸਿੱਖ ਲੜਾਕੇ ਰਹਿੰਦੇ ਐ, ਜੇ ਹੱਲਾ ਕਰਕੇ ਆ ਪਏ ਤਾਂ ਜਾਨ ਬਚਣੀ ਔਖੀ ਹੋ ਜਾਣੀ ਹੈ। ਨਾਲੇ ਹੁਣ ਠੰਡ ਦਾ ਸਮਾਂ, ਸਾਡੇ ਤਾਂ ਪਾਲੇ ਕੱਕਰ ਨੇ ਪਸਦਾ ਭੰਨੇ ਹੋਏ ਆ, ਹੱਥ ਪੈਰ ਠਰੇ ਪਏ ਆ। ਫਿਰ ਤੇ ਉਹਨਾਂ ਨੇ ਪਲੀਤਾ ਵੀ ਨਹੀਂ ਦਾਗਿਆ ਤੇ ਨਲੱਜ ਹੋ ਕੇ ਕਾਇਰ ਭੱਜ ਕੇ ਨਾਲੇ ਦੇ ਕਿਨਾਰੇ ਜਾ ਉਤਰੇ। ਕੁਦਰਤ ਨਾਲ ਪਹਾੜਾਂ 'ਚ ਵਰਖਾ ਹੋ ਗਈ, ਤਾਂ ਉਹਨੂੰ ਹਮੈਤੀ ਨਾਲਾ ਕਹਿੰਦੇ ਹੁੰਦੇ ਸੀ। ਉਹ ਹਮੈਤੀ ਨਾਲਾ ਚੜ੍ਹਿਆ ਆ, ਕਿਉਂਕਿ ਇਹਨੂੰ ਨਾਂ ਹੀ ਤਾਂ ਰੱਖਿਆ ਸੀ ਸਿੱਖਾਂ ਨੇ ਹਮੈਤੀ ਨਾਲਾ, ਵੀ ਇਸ ਨਾਲੇ ਨੇ ਹਮਾਇਤ ਕੀਤੀ ਸੀ। ਇੱਕ ਛੋਟਾ ਜਿਹਾ ਨਾਲਾ ਦਰਿਆ ਟੈਪ ਜਿਹਾ ਸੀ, ਉਹ ਜ਼ਿਆਦਾਤਰ ਸੁੱਕਾ ਜਿਹਾ ਹੀ ਰਹਿੰਦਾ ਹੁੰਦਾ ਸੀ। ਇਹੋ ਜਿਹਾ ਮੀਂਹ ਪਿਆ ਕਿ ਉਹ ਬਹੁਤ ਚੜ੍ਹਿਆ ਤੇ ਗੁਰਸਿੱਖ ਉਹਨੂੰ ਫਿਰ ਹਮੈਤੀ ਨਾਲਾ ਕਹਿਣ ਲੱਗ ਗਏ ਸਿੰਘ। ਉਹ ਇਹਨਾਂ ਤੁਰਕਾਂ ਨੂੰ ਵੀ ਉਹਨੇ ਦੁੱਖ ਦੇ ਕੇ ਭਜਾਇਆ ਸੀ। ਇਹ ਹਮਾਇਤ ਸਿੱਖਾਂ ਦੀ ਹੋਈ ਸਮਝ ਕੇ ਇਹ ਮਹਾਰਾਜ ਨੇ ਇਹਨੂੰ ਹਮੈਤੀ ਕਹਿਤਾ, ਸਿੱਖ ਹਮੈਤੀ ਨਾਲਾ ਕਹਿਣ ਲੱਗ ਪਏ। ਉਹ ਜਦੋਂ ਚੜ੍ਹਿਆ, ਹੁਣ ਇੱਕ ਤਾਂ ਠੰਡੀ ਹਵਾ ਤੇ ਪਾਲੇ ਦੇ ਮਾਰੇ ਪਹਿਲਾਂ ਹੀ ਠਰੇ ਹੋਏ ਸੀ, ਪਿੱਛੋਂ ਪਾਣੀ ਦੀ ਠੰਡ ਨੇ ਤੁਰਕਾਂ ਨੂੰ ਸੋਝੀ ਨਾ ਲੈਣ ਦਿੱਤੀ। ਅਖੀਰ ਵੱਡਾ ਕਸ਼ਟ ਤੇ ਨੁਕਸਾਨ ਉਠਾ ਕੇ ਮੁੜ ਕੇ ਭਲਾਣ ਪਿੰਡ ਜਾ ਕੇ ਸਾਹ ਲਿਆ। ਦਿਨ ਚੜ੍ਹੇ, ਜਿਉਂ ਬਾਣੀਆਂ ਸ਼ਿਕਾਰ ਦੀ ਥੋੜ 'ਚ ਰੋੜ ਤੜਕ ਖਾਂਦਾ ਹੈ, ਇਸੇ ਤਰ੍ਹਾਂ ਭਲਾਣ ਤੇ ਬਰਵਾ ਇਹ ਪਿੰਡ ਸੀ, ਇਹਨਾਂ ਨੂੰ ਲੁੱਟ ਕੇ ਬੇਸ਼ਰਮ ਹੋ ਕੇ ਹੌਂਕੇ ਲੈਂਦੇ ਲਾਹੌਰ ਨੂੰ ਮੁੜ ਗਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ, ਇਹ ਸਾਰੀ ਹੈ ਤਾਂ ਪਰਮੇਸ਼ਰ ਦੀ ਖੇਡ। ਜਦੋਂ ਲਾਹੌਰ ਭਾਵੇਂ ਦਿਲਾਵਰ ਖਾਂ ਜਿਹੜਾ ਸੂਬਾ ਹੈ ਉਹਦੇ ਕੋਲੇ ਜਾ ਕੇ ਆਪਣੀ ਸ਼ਰਮਿੰਦਗੀ ਜੀ ਉਤਾਰਨ ਲਈ ਇਹਨਾਂ ਨੇ ਇਹ ਗੱਲ ਇਹਦੇ ਪੁੱਤ ਨੇ ਉੱਗੀ ਕਰ ਦਿੱਤੀ ਕਿ ਗੁਰੂ ਸਾਹਿਬ ਦੀ ਕੁਮਕ ਤਾਂ ਖਵਾਜਾ ਖਿਜਰ ਪੀਰ ਹੈ, ਉਹਨੂੰ ਕੌਣ ਜਿੱਤੇ। ਤਾਂ ਵੀ ਦਿਲਾਵਰ ਖਾਂ ਆਪਣੇ ਪੁੱਤਰ ਦੀ ਹਾਰ ਹੋਈ ਸਮਝ ਕੇ ਅੱਗ ਵਾਂਗੂ ਭਖ ਗਿਆ। ਉਹਦਾ ਫਿਰ ਪੁੱਤਰੇਲਾ ਹੁਸੈਨ ਖਾਂ ਪੁੱਤਰ ਬਣਿਆ ਸੀ। ਉਹ ਕਹਿਣ ਲੱਗਿਆ ਵੀ ਜੇ ਮੈਨੂੰ ਹੁਕਮ ਹੋਵੇ ਤਾਂ ਹੁਣੇ ਹੀ ਪਰਬਤੀ ਰਾਜਿਆਂ ਦੀਆਂ ਜੜ੍ਹਾਂ ਕੱਟ ਕੇ ਗੁਰੂ ਸਾਹਿਬ ਵੀ ਨੂੰ ਵੀ ਜਿਹੜਾ ਕੁਮਕ ਭੇਜੀ ਸੀ ਉਹਦਾ ਸਵਾਦ ਚਖਾ ਦੂੰਗਾ। ਉਹਦਾ ਹੌਸਲਾ ਵੇਖ ਕੇ ਸੂਬੇ ਨੇ 2000 ਸਵਾਰ ਪਿਆਦਾ ਤੇ ਅਲਫ ਖਾਂ, ਚੰਦਨ ਸਿੰਘ ਰਾਜਾ, ਰਾਜਾ ਨੂਰਪੁਰੀਆ ਸ਼ਮਸ਼ੇਰ ਖਾਂ ਤੇ ਕ੍ਰਿਤਾ ਰਾਮ ਇਤਿਆਦਿਕ ਰਈਸ ਸੀ। ਉਹਨਾਂ ਨੂੰ ਆਪਣੀ ਆਪਣੀ ਫੌਜ ਦੇ ਕੇ ਸਮੇਤ ਇਹਦੇ ਨਾਲ ਸਾਰੇ ਤੋਰਤੇ। ਹੁਸੈਨੀ ਜਿਹੜਾ ਸੀ ਇਹ ਬਹੁਤ ਜ਼ਾਲਮ ਸੀ, ਜ਼ੋਰ ਜ਼ੁਲਮ ਕਰਦਾ, ਦੂਣ ਕਹਿਲੂਰ ਨੂੰ ਸਿੱਧਾ ਹੋ ਗਿਆ। ਕਈ ਰਾਜੇ ਜਿਹੜੇ ਸੀ ਰਾਣੇ ਇਹਨੇ ਮਾਰ ਕੁੱਟ ਕੇ ਜਿਹੜੇ ਹੈ ਜਦੋਂ ਇਹ ਇੱਧਰ ਆਇਆ ਤੇ ਬਰਬਾਦ ਕੀਤੇ ਹੋਏ ਸੀ। ਇਹ ਹੁਸੈਨੀ ਹੁਸੈਨ ਖਾਂ ਕਈਆਂ ਤੋਂ ਚੱਟੀਆਂ ਵੀ ਲੈਂਦਾ, ਇਉਂ ਇਸ ਤਰ੍ਹਾਂ ਕਰਦਾ। ਇਹ ਹਾਲ ਹੁੰਦਾ ਸੁਣ ਕੇ ਜਿਹੜਾ ਰਾਜਾ ਕਿਰਪਾਲ ਚੰਦ ਕਟੋਚੀਆ ਸੀ ਤੇ ਇਉਂ ਭੀਮ ਚੰਦ ਵੀ ਇਹਨੂੰ ਅੱਗਿਓਂ ਜਾ ਕੇ ਮਿਲ ਗਏ ਕਿ ਤੂੰ ਸਾਨੂੰ ਨਾ ਕੁਛ ਕਹੀਂ। ਜੀ ਤੂੰ ਇਹਦੀ ਹੋਰ ਵੀ ਬਹੁਤੀ ਤਾਕਤ ਵੱਧ ਗਈ ਤੇ ਪੁਰਾਣੇ ਸਮੇਂ ਦੀਆਂ ਸਿੰਘਾਂ ਦੀਆਂ ਕਹਾਵਤਾਂ ਬਣਾਈਆਂ ਹੋਈਆਂ ਸੀ। ਕਹਿੰਦੇ ਗਿਆਨੀ ਜੀ ਕਹਿੰਦੇ ਭਾਈ ਸੱਚ ਹੈ ਪਹਾੜੀ ਮਿੱਤ ਕਿਸ ਕੋ। ਭਾਵੇਂ ਭੀਮ ਚੰਦ ਨੂੰ ਗੁਰੂ ਸਾਹਿਬ ਜੀ ਦੇ ਪ੍ਰਤਾਪ ਤੋਂ ਹੀ ਫਤਿਹ ਪ੍ਰਾਪਤ ਹੋਈ ਸੀ, ਪਰ ਹੁਣ ਕਟੋਚੀਏ ਨੇ ਤੇ ਭੀਮ ਚੰਦ ਨੇ ਹੁਸੈਨੀਏ ਨੂੰ ਆਨੰਦਪੁਰ ਉੱਤੇ ਲੈ ਆਉਣ ਦੀ ਸਲਾਹ ਜਿਹੜੀ ਹੈ ਡਰਦਿਆਂ ਨੇ ਪੱਕੀ ਕਰ ਲਈ।
ਗੁਰੂ ਨਾਵੇਂ ਪਾਤਸ਼ਾਹ ਮਹਾਰਾਜ ਦਾ ਬਚਨ ਹੈ, ਨਰ ਚਾਹਤ ਕਛ ਔਰੈ ਕੀ ਔਰੈ ਪਈ। ਬੰਦਾ ਤਾਂ ਕੁਛ ਹੋਰ ਚਾਹੁੰਦਾ ਹੈ, ਪਰ ਹੋ ਕੁਛ ਹੋਰ ਜਾਂਦਾ ਹੈ। ਕਿਰਪਾਲ ਚੰਦ ਕਟੋਚੀਏ ਨੇ ਤਾਂ ਗੁਰੂ ਸਾਹਿਬ ਤੋਂ ਬਦਲਾ ਜਿਹੜਾ ਜੰਗ ਵਾਲਾ ਨਦਾਉਣ ਹਾਰ ਇਹ ਸੀ ਕਿ ਕਿਉਂਕਿ ਅਲਫ ਖਾਂ ਦੇ ਹਮੈਤੀ ਇਹ ਦੋ ਸੀ, ਦਿਆਲ ਚੰਦ ਕਾਠਗੜੀਆ ਤੇ ਕਿਰਪਾਲ ਚੰਦ ਕਟੋਚੀਆ। ਇਹਦੇ ਦਿਆਲ ਚੰਦ ਮਾਰਿਆ ਗਿਆ ਸੀ, ਅਲਫ ਖਾਂ ਦੇ ਕਟੋਚੀਆ ਫੱਟੜ ਹੋਏ ਸੀ। ਇਹਨੂੰ ਗੁੱਸਾ ਬਹੁਤ ਸੀ ਕਿ ਇਹ ਸਾਰੀ ਕੁਝ ਜੰਗ ਜਿਹੜੀ ਹੈ ਅਲਫ ਖਾਂ ਤੇ ਜਿਹੜੀ ਨਦਾਉਣ ਦੀ ਜੰਗ ਭੀਮ ਚੰਦ ਹੋਣਾ ਨੇ ਜਿੱਤੀ ਸੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਕੇ ਹੀ ਹੋਈ। ਜੇ ਗੁਰੂ ਗੋਬਿੰਦ ਸਿੰਘ ਜੀ ਭਾਈ ਆਨੰਦ ਚੰਦ ਦੀ ਅਗਵਾਈ ਦੇ ਵਿੱਚ 500 ਸਿੱਖਾਂ ਦਾ ਜਥਾ ਨਾ ਭੇਜਦੇ, ਅਸੀਂ ਇਹਨਾਂ ਨੂੰ ਤਾਂ ਦਬਾ ਲੈਣਾ ਸੀ। ਉਦੋਂ ਇਹ ਅਲਫ ਖਾਂ ਦਾ ਹਮੈਤੀ ਸੀ। ਹੁਣ ਇਹ ਫਿਰ ਭੀਮ ਚੰਦ ਦੇ ਨਾਲ ਹੋ ਕਰਕੇ ਹੁਸੈਨ ਖਾਂ ਦੇ ਹਮੈਤੀ ਬਣ ਗਏ। ਮਨ ਵਿੱਚ ਇਹ ਸੀ ਕਿ ਆਨੰਦਪੁਰ ਸਾਹਿਬ ਜੰਗ ਹੋਵੇ, ਮੈਨੂੰ ਨਦਾਉਣ ਵਾਲੀ ਜੰਗ ਦਾ ਬਦਲਾ ਲੈ ਲੂੰਗਾ ਮੈਂ, ਪਰ ਮੌਤ ਨਾ ਸੋਚੀ। ਜਿਹੜੀ ਸਾਰ ਦੀ ਘਟਾ ਅਸੀਂ ਆਨੰਦਪੁਰ ਸਾਹਿਬ ਉੱਤੇ ਬਰਸਾ ਕੇ ਸੋਚੀ ਬੈਠਿਆ ਗੁਰੂ ਸਾਹਿਬ ਨੂੰ ਮਾਰ ਬਣਨ ਦੀ ਰੀਤ ਰੱਖੀ ਹੋਈ ਹੈ, ਇਹ ਨਹੀਂ ਸੋਚਿਆ ਵੀ ਉਹੀ ਮੇਰੀ ਮੌਤ ਦਾ ਕਾਰਨ ਹੈ। ਇਧਰ ਗੁਰੂ ਸਾਹਿਬ ਨੇ ਖਬਰ ਸੁਣ ਕੇ ਭਾਈ ਆਨੰਦ ਚੰਦ ਡਰੋਲੀ ਵਾਲਾ, ਇਹ ਤਾਂ ਮੁਖੀ ਸਿੱਖ ਸੀ ਮਹਾਰਾਜ ਦਾ, ਇਤਿਆਦਿਕ ਹੋਰ ਆਪਣੇ ਸੂਰਬੀਰਾਂ ਨੂੰ ਹੁਕਮ ਦਿੱਤਾ। ਮਹਾਰਾਜ ਕਹਿੰਦੇ ਸਾਰੀ ਫੌਜ ਨੂੰ ਤਿਆਰ ਰੱਖੋ। ਇਹ ਕੱਚੇ ਪਹਾੜੀਆਂ ਨੇ ਕੱਚ ਮਧਣਾ ਠਾਨਿਆ ਹੋਇਆ। ਹੁਸੈਨੀ ਦਾ ਆਉਣਾ ਸੁਣ ਕੇ ਅਨੇਕਾਂ ਮਸੰਦਾਂ ਨੇ ਮਾਤਾ ਜੀ ਨੂੰ ਐਸੀਆਂ ਭਿਆਨਕ ਕੈਰਪੁਣੇ ਦੀਆਂ ਗੱਲਾਂ ਸੁਣਾਈਆਂ, ਜੋ ਗੁਰੂ ਸਾਹਿਬ ਜੀ ਨੂੰ ਵੱਡੇ ਪ੍ਰੇਮ ਤੇ ਪਿਆਰ ਨਾਲ ਆਖਣ ਲੱਗੇ, ਪੁੱਤਰ ਜੀ, ਮੈਂ ਸੁਣਿਆ ਕਿ ਦੁਸ਼ਟ ਪਹਾੜੀ ਰਾਜੇ ਹੁਸੈਨੀ ਨੂੰ ਸਿਖਾ ਕੇ ਆਪਣੀ ਤੇ ਉਸ ਦੀ ਸੈਨਾ ਸਮੇਤ ਆਨੰਦਪੁਰ ਉੱਤੇ ਹੱਲਾ ਕਰਵਾਉਣਾ ਚਾਹੁੰਦੇ ਐ। ਸੋ ਤੁਸੀਂ ਇਉਂ ਕਰੋ, ਕਿਸੇ ਮਾਤਬਰ ਸਿਆਣੇ ਮਸੰਦ ਨੂੰ ਭੇਜ ਕੇ ਉਸ ਨਾਲ ਮੇਲ ਕਰ ਲਓ। ਗੁਰੂ ਸਾਹਿਬ ਕਹਿਣ ਲੱਗੇ, ਮਾਤਾ ਜੀ, ਤੁਸੀਂ ਮਸੰਦਾਂ ਦੀ ਇੱਕ ਨਾ ਸੁਣਿਆ ਕਰੋ। ਇਹ ਮਨਸਿਆਂ ਪੂਜਿਆ ਖੋਟਾ ਧਾਨ ਲੈ ਲੈ ਕੇ ਨਾ ਕਰਕੇ ਖਾ ਕੇ ਮੈਲੇ ਮਨ ਡਰਾਕਲ ਤੁੱਛ ਬੁੱਧੀ, ਇਹਨਾਂ ਦੇ ਇੰਦਰੇ ਆਰਾਮੀ ਹੋ ਗਏ ਨੇ। ਸਾਨੂੰ ਅਕਾਲ ਪੁਰਖ ਨੇ ਜਿਸ ਕੰਮ ਵਾਸਤੇ ਭੇਜਿਆ, ਜਦ ਅਸੀਂ ਉਹੀ ਕਰ ਰਹੇ ਹਾਂ ਤਾਂ ਫਿਰ ਸਾਨੂੰ ਡਰ ਕਿਹਦਾ ਹੈ? ਕਰਤਾਰ ਚਾਹੇ ਤਾਂ ਮਹਾਰਾਜ ਕਹਿੰਦੇ ਕੋਈ ਨਹੀਂ ਮਾਤਾ, ਉਹ ਉਧਰ ਹੀ ਖੱਪ ਜਾਣਗੇ, ਸਾਡੇ ਤਾਂ ਹੀ ਨਹੀਂ ਆ ਸਕਦੇ। ਉਸੇ ਵੇਲੇ ਇਹ ਜਿਹੜਾ ਚਤਰ ਸਿੰਘ ਖਰਾੜ, ਜਿਹੜਾ ਪ੍ਰਭਤੀ ਪਸ਼ਤੋ ਫਾਰਸੀ ਬੋਲਣ ਜਾਣਦਾ ਸੀ, ਉਹਨੂੰ ਜਸੂਸ ਬਣਾ ਕੇ ਉਧਰ ਭੇਜਿਆ। ਉਧਰ ਜਦੋਂ ਹੁਸੈਨੀ ਆਨੰਦਪੁਰ ਸਾਹਿਬ ਵੱਲ ਨੂੰ ਤੁਰਿਆ ਤੇ ਇੱਕ ਪੜਾਅ ਆ ਗਿਆ ਤੇ ਰਾਜਾ ਗੋਪਾਲ ਚੰਦ ਗੁਲੇਰੀਆ ਇਹਦੇ ਨਾਲ ਕਟੋਚੀਏ ਦੀ ਹਮੇਸ਼ਾ ਲੱਗਦੀ ਹੁੰਦੀ ਸੀ। ਕਿਰਪਾਲ ਚੰਦ ਕਟੋਚੀਏ ਦੀ ਗੋਪਾਲ ਚੰਦ ਗੁਲੇਰੀਏ ਨਾਲ ਦੂਰ ਅੰਦੇਸ਼ੀ ਸੋਚ ਕੇ 4000 ਰੁਪਈਆ ਮਾਮਲੇ ਦਾ ਲੈ ਕੇ ਰਾਜਾ ਰਾਮ ਸਿੰਘ ਸਮੇਤ ਹੁਸੈਨੀ ਦੇ ਕੋਲੇ ਚਲੇ ਗਏ। ਕਟੋਚੀਏ ਨੇ ਹੁਸੈਨੀ ਨੂੰ ਸਿਖਾਤਾ ਵੀ ਇਹਦੇ ਵੱਲ 10,000 ਸ਼ਾਹੀ ਖਰਾਜ ਬਾਕੀ ਹੈ, ਸਾਰੀ ਮੰਗੋ। ਨਾ ਦੇਵੇਗਾ ਤਾਂ ਇਉਂ ਕਰਿਓ, ਕੈਦ ਕਰਕੇ ਇਹਦੇ ਖਜ਼ਾਨਿਓਂ ਕੱਢ ਲਵਾਂਗੇ। ਛੇਕੜੀ ਹੋਈ ਬੇਅਕਲੀ ਦੀ ਹੋਛੀ ਗੱਲ ਉਹਨੇ ਕਰਤੀ। ਗੋਪਾਲ ਚੰਦ ਤੋਂ ਇੱਕੋ ਵਾਰੀ 10,000 ਲੈਣ ਉੱਤੇ ਹੁਸੈਨ ਖਾਂ ਅੜ ਕੇ ਬਹਿ ਗਿਆ। 4,000 ਇਹਨੇ ਲਿਆ ਨਾ। ਓੜਕ ਜਦ ਕਟੋਚੀਏ ਤੇ ਹੁਸੈਨੀ ਨੇ ਸੈਨ ਮਸੈਨੇ ਹੋ ਕੇ ਗੋਪਾਲ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਗੁਲੇਰੀਏ ਨੂੰ। ਗੋਪਾਲ ਚੰਦ ਰਾਜਾ ਸੀ ਗੁਲੇਰ ਦਾ। ਉਹ ਕਹਿਣ ਲੱਗਿਆ ਵੀ ਦੇਖੋ ਕੋਈ ਨਹੀਂ, ਤੁਸੀਂ ਰੋਸ ਨਾ ਵਧਾਓ, ਕੋਈ ਗੱਲ ਨਹੀਂ, ਮੈਂ ਸਾਰਾ ਧਨ ਲਿਆ ਦਿੰਦਾ, ਫਿਰ ਵੀ ਦੇਣਾ ਹੀ ਹੈ, ਅੱਜ ਵੀ ਦੇਣਾ, ਦੇ ਦਿੰਦੇ ਆ। ਇਹ ਧੋਖਾ ਜਿਹਾ ਦੇ ਕੇ ਆਪਦੀਆਂ ਥੈਲੀਆਂ 4,000 ਵਾਲੀਆਂ ਉਠਵਾਈਆਂ। ਝਟਪਟ ਡੇਰੇ ਆ ਕੇ ਰਾਜੇ ਰਾਮ ਸਿੰਘ ਸਮੇਤ ਆਪਣੇ ਦੋਸਤ ਸਮੇਤ ਗੁਲੇਰ ਦੇ ਕਿਲੇ 'ਚ ਆ ਕੇ ਆਕੀ ਹੋ ਕੇ ਜੰਗ ਦਾ ਸਮਾਨ ਕਰਕੇ ਬਹਿ ਗਏ। ਇਹ ਗੱਲ ਸੁਣ ਕੇ ਹੁਸੈਨ ਖਾਂ ਨੇ ਅੱਗ ਦਾ ਭਬੂਕਾ ਹੋ ਕੇ ਉਸੇ ਵੇਲੇ ਗੋਪਾਲ ਚੰਦ ਗੁਲੇਰੀਏ ਨੂੰ ਜਾ ਘੇਰਿਆ। ਲੜਾਈ ਹੋਣ ਲੱਗੀ। ਹੁਣ ਬਾਹਰ ਦੀ ਫੌਜ ਬਹੁਤੀ ਸੀ, ਉਹਨਾਂ ਦਾ ਜ਼ੋਰ ਦੇਖ ਕੇ ਗੋਪਾਲ ਚੰਦ ਗੁਲੇਰੀਏ ਨੇ ਆਪਣੇ ਵਜ਼ੀਰ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਭੇਜਿਆ।
ਤੇ ਉਹਨੇ ਅਤਿਅੰਤ ਦੀਨਤਾ ਨਾਲ ਆ ਕੇ ਬੇਨਤੀਆਂ ਕੀਤੀਆਂ। ਇਹ ਬੇਨਤੀਆਂ ਗੋਪਾਲ ਚੰਦ ਗੁਲੇਰੀਏ ਵੱਲੋਂ ਸੁਣ ਕੇ ਗੁਰੂ ਸਾਹਿਬ ਨੂੰ ਦਇਆ ਆ ਗਈ ਤਾਂ 300 ਸਵਾਰ, 4 ਸਰਦਾਰ, ਇੱਕ ਤਾਂ ਭਾਈ ਲਾਲ ਚੰਦ ਸੀ ਜਿਹੜਾ ਕਿ ਭਾਈ ਬਿਧੀ ਚੰਦ ਜੀ ਦਾ ਪੁੱਤਰ ਹੈ, ਉਹ ਹੈ, ਦੂਜਾ ਗੰਗਾ ਰਾਮ, ਤੀਜਾ ਅਗੜੀ, ਇਹ ਬਰਾੜ ਸੀ ਮਾਲਵੇ ਦਾ, ਤੇ ਚੌਥਾ ਭਾਈ ਸੰਗਤੀਆ। ਇਹਨਾਂ ਦੀ ਕਮਾਨ ਵਿੱਚ ਦੇ ਕੇ ਕੁੰਮਕ ਵਾਸਤੇ, ਕੁੰਮਕ ਕਹਿੰਦੇ ਨੇ ਵੀ ਫੌਜ ਕਿਸੇ ਦੀ ਮਦਦ ਵਾਸਤੇ ਭੇਜੀ ਜਾਵੇ, ਜਦੋਂ ਉਹਨੂੰ ਕੁੰਮਕ ਕਿਹਾ ਜਾਂਦਾ ਹੈ, ਇਹ ਭੇਜਤੇ। ਇਹਨਾਂ ਦੇ ਪਹੁੰਚਣ ਤੋਂ ਗੁਰੂ ਸਾਹਿਬ ਨੂੰ ਸਹਾਇਕ ਸਮਝ ਕੇ ਰਾਜੇ ਦੀ ਫੌਜ ਨੂੰ ਵੀ ਗੁਲੇਰੀਏ ਨੂੰ ਬਹੁਤ ਵੱਡਾ ਹੌਸਲਾ ਹੋ ਗਿਆ। ਫਿਰ ਤਾਂ ਗੁਲੇਰੀਏ ਦੇ ਮਿੱਤਰ ਸਾਕ ਸੰਬੰਧੀ ਰਾਜੇ ਰਾਣੇ ਵੀ ਆਪਣੀ ਆਪਣੀ ਫੌਜ ਲੈ ਕੇ ਗੁਲੇਰ 'ਚ ਆ ਪਹੁੰਚੇ। ਫਿਰ ਬਾਹਰ ਵਾਲੇ ਭੀਮ ਚੰਦ ਤੇ ਕਿਰਪਾਲ ਚੰਦ ਨੇ ਨੇਮ ਧਰਮ ਕਰਾ ਕੇ ਭਾਈ ਸੰਗਤੀਏ ਦੁਆਰਾ ਮੇਲ ਕਰਨ ਵਾਸਤੇ ਗੋਪਾਲ ਚੰਦ ਨੂੰ ਬਾਹਰ ਬੁਲਾ ਲਿਆ। ਤੇ ਜਦੋਂ ਫੜਨ ਦੀ ਸੈਨਤ ਜੀ ਕੀਤੀ, ਭਾਈ ਸੰਗਤੀਆ ਜੀ ਆਪਣੇ 300 ਸਿੱਖ ਸਿਪਾਹੀਆਂ ਸਮੇਤ ਤਲਵਾਰ ਖਿੱਚ ਕੇ ਖੜ ਗਏ ਤੇ ਗੋਪਾਲ ਚੰਦ ਨੂੰ ਝੱਟ ਆਪਣੀ ਫੌਜ ਵਿੱਚ ਲਿਆਏ ਇੱਕਦਮ। ਫਿਰ ਇੱਥੇ ਦੋਹਾਂ ਪਾਸਿਆਂ ਤੋਂ ਬਹੁਤ ਕ੍ਰੋਧ ਨਾਲ ਜੰਗ ਹੋਣ ਲੱਗਿਆ। ਛੇਕੜ ਦੀ ਬਣੀ ਨੂੰ ਐਸੇ ਹੱਥਾਂ-ਵੱਤ ਗੁੱਥਮ ਗੁੱਥੇ ਹੋਏ ਜਿਹਦੇ ਵਿੱਚ ਤੀਰਾਂ, ਤੇਗਾਂ, ਬੰਦੂਕਾਂ ਦੀ ਵਿਛਾੜ ਦੇ ਨਾਲ ਹੁਸੈਨ ਖਾਂ, ਸ਼ਮਸ਼ੇਰ ਖਾਂ, ਦਲੇਲ ਖਾਂ, ਰਾਜਾ ਕਿਰਪਾਲ ਚੰਦ ਕਟੋਚੀਆ, ਰਾਜਾ ਹਰੀ ਸਿੰਘ, ਰਾਜਾ ਹਿੰਮਤ ਸਿੰਘ, ਇਹ 3-4 ਸਰਦਾਰ ਤੇ ਰਾਜੇ ਇਹਦੇ 600 ਹੋਰ ਆਦਮੀ ਸਮੇਤ ਸਾਰੇ ਬਾਹਰ ਵਾਲੇ ਤੇ ਭਾਈ ਸੰਗਤੀਆ ਜੀ ਆਪਣੇ 7 ਸਵਾਰਾਂ ਨਾਲ, ਫਿਰ ਔਰ ਇੱਕ ਜਿਹੜਾ ਅਗੜੀ ਬਰਾੜ ਸੀ ਉਹ ਆਪਣੇ 10 ਸਵਾਰਾਂ ਸਮੇਤ ਇਸ ਜੰਗ ਦੇ ਵਿੱਚ ਸਨਮੁਖ ਜੂਝ ਕੇ ਸ਼ਹੀਦੀ ਪਾ ਗਏ। ਰਾਜੇ ਕਿਉਂਕਿ ਇਹਦੇ ਵਿੱਚ ਹੀ ਹੁਣ ਇੱਥੇ ਅਲਫ ਹੁਸੈਨ ਖਾਂ ਵੀ ਮਾਰਿਆ ਗਿਆ ਸੀ, ਸ਼ਮਸ਼ੇਰ ਖਾਂ ਇਹਦਾ ਵੱਡਾ ਜਰਨੈਲ ਉਹ ਮਾਰਿਆ ਗਿਆ, ਦਲੇਲ ਖਾਂ ਬਹੁਤ ਵੱਡਾ ਜਰਨੈਲ ਮਾਰਿਆ ਗਿਆ ਇਸ ਜੰਗ ਵਿੱਚ, ਰਾਜਾ ਕਿਰਪਾਲ ਚੰਦ ਕਟੋਚੀਆ ਮਾਰਿਆ ਗਿਆ, ਇੱਕ ਰਾਜਾ ਹਰੀ ਸਿੰਘ ਸੀ ਇਹਨਾਂ ਦੀ ਮਦਦ ਚੋਂ, ਇੱਕ ਇਹ ਸਰਦਾਰ ਸੀਗਾ ਹਿੰਮਤ ਸਿੰਘ ਇਹਨਾਂ ਦਾ, ਇਹ ਰਾਜਪੂਤ ਸੀ। ਇਉਂ ਇਹ ਸਰਦਾਰ ਤੇ ਬਾਕੀ ਇਹਨਾਂ ਦੇ ਹੋਰ ਸਿਪਾਹੀ ਬਹੁਤ ਮਾਰੇ ਗਏ। ਭਾਈ ਸੰਗਤੀਆ ਜੀ ਵੀ ਸ਼ਹੀਦ ਹੋਏ, ਇਹਨਾਂ ਨਾਲ 7 ਜਿਹੜੇ ਗੁਰਸਿੱਖ ਹੋਰ ਸ਼ਹੀਦ ਹੋਏ। ਤੇ ਇਹ ਮਾਲਵੇ ਵਾਲਾ ਅਗੜੀ ਬਰਾੜ ਇਹ ਵੀ ਇਸ ਜੰਗ ਵਿੱਚ ਸ਼ਹੀਦ ਹੋਇਆ, 10 ਇਹਦੇ ਸਾਥੀ ਸ਼ਹੀਦ ਹੋਏ। ਹੁਣ ਰਾਜੇ ਗੋਪਾਲ ਚੰਦ ਦਾ ਪੱਖੀ ਜਿਹੜਾ ਰਾਜਾ ਪ੍ਰਿਥੀ ਚੰਦ ਤੇ ਰਾਜਾ ਰਾਮ ਚੰਦ, ਰਾਣਾ ਰਾਮ ਚੰਦ ਕਹਿੰਦੇ ਸੀ ਉਹਨੂੰ, ਇਹ ਕਮਰ ਚੰਦ, ਇਹ ਸਰਦਾਰ ਸੀ, ਇਹਦੇ 200 ਸਿਪਾਹੀ ਨਾਲ ਕੰਮ ਆਏ। ਅਤੀ ਭਿਆਨਕ ਘਮਸਾਨ ਦਾ ਜੰਗ ਮੱਚਿਆ। ਰਣ ਭੂਮੀ ਦੇ ਵਿੱਚ ਰੁੰਡ ਮੁੰਡ ਵਿਖਰ ਗਏ, ਭਾਵ ਧੜ ਕਿਤੇ ਤੇ ਸਿਰ ਕਿਤੇ, ਖੂਨ ਦੇ ਪਰਨਾਲੇ ਵਹਿ ਤੁਰੇ। ਛੇਕੜ ਜਦੋਂ ਜਾਨਾਂ ਲੈਣ ਤੱਕ ਗੋਪਾਲ ਦੀ ਫੌਜ ਆ ਪਹੁੰਚੀ ਤਾਂ ਭੀਮ ਚੰਦ, ਚੰਦਨ ਰਾਏ ਆਪਣੀ ਫੌਜ ਨੂੰ ਲੈ ਕੇ ਫਿਰ ਪਿੱਛੇ ਭੱਜ ਗਏ। ਗੋਪਾਲ ਚੰਦ ਨੇ ਪਿੱਛਾ ਕਰਨਾ ਚੰਗਾ ਨਾ ਸਮਝ ਕੇ ਫਤਿਹ ਦੇ ਬਾਜੇ ਵਜਵਾਤੇ ਔਰ ਆਪਣੇ ਜੂਝੇ ਹੋਏ ਭਾਵ ਸ਼ਹੀਦ ਹੋਏ ਆਦਮੀਆਂ ਦੀਆਂ ਲੋਥਾਂ ਨੂੰ ਸਮੇਟ ਕੇ ਪ੍ਰਸੰਨਤਾ ਦੇ ਸਹਿਤ ਬਹੁਤ ਸਾਰੀ ਫਿਰ ਭੇਟਾ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆ ਕੇ ਨੇ ਮੱਥਾ ਟੇਕਿਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਵੀ ਇਹਦਾ ਬਹੁਤ ਸਤਿਕਾਰ ਕੀਤਾ ਔਰ ਜੰਗ ਦਾ ਹਾਲ ਪੁੱਛਿਆ ਤਾਂ ਗੋਪਾਲ ਚੰਦ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਫਤਿਹ ਆਪ ਜੀ ਦੀ ਕਿਰਪਾ ਨਾਲ ਲੱਭੀ ਹੈ, ਨਹੀਂ ਤਾਂ ਮੈਂ ਕੌਣ ਕੀਟ ਸਾਂ ਜੋ ਇਸ ਆਫਤ ਤੋਂ ਬਚ ਜਾਂਦਾ। ਉਸ ਪਾਪੀ ਦਾ ਧਰਮ ਦੀ ਸਹੁੰ ਦੇ ਕੇ ਦਗੇ ਨਾਲ ਤਾਂ ਮਿੱਤਰ ਮਾਰ ਕਰਨ ਲੱਗੇ ਸੀ, ਉੱਥੇ ਆਪ ਨੇ ਹੀ ਸਹਾਇਤਾ ਕੀਤੀ ਤਾਂ ਬਚ ਕੇ ਆਇਆ। ਮਹਾਰਾਜ ਆਪ ਜੀ ਦੇ 2 ਸਰਦਾਰ ਭਾਈ ਸੰਗਤੀਆ ਤੇ ਭਾਈ ਅਗੜ ਬਰਾੜ ਇਹ ਵੀ ਸ਼ਹੀਦ ਹੋ ਗਏ। 17 ਸਿੱਖ ਜੋ ਤੁਹਾਡੇ ਮਹਾਰਾਜ ਜੀ ਇਸ ਜੰਗ ਵਿੱਚ ਸ਼ਹੀਦ ਹੋਏ ਆ। 2 ਮੁਖੀ ਸਰਦਾਰ ਸੀ, 19 ਜਾਣੇ ਭਾਵ ਸਿੱਖ ਇਹ ਜੰਗ ਸ਼ਹੀਦ ਹੋਏ। ਇਹਨੂੰ ਹੁਸੈਨੀ ਜੰਗ ਵੀ ਕਿਹਾ ਜਾਂਦਾ ਹੈ। ਤੂੰ ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੈਨੂੰ ਮਾਫ ਕਰਿਓ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜੰਗ ਵਿੱਚ ਮਰਦ ਹੀ ਸ਼ਹੀਦ ਹੁੰਦੇ ਨੇ, ਤੂੰ ਆਨੰਦ ਵਿੱਚ ਰਹਿ।
ਉਹਨਾਂ ਦਾ ਇੰਨਾ ਹੀ ਸੰਸਾਰ ਤੇ ਭੋਗ ਸੀ। ਹੁਣ ਉਹ ਮੋਕਸ਼ ਨੂੰ ਪ੍ਰਾਪਤ ਹੋ ਗਏ ਨੇ। ਰਾਜੇ ਨੇ 2000 ਰੁਪਇਆ ਉਹਨਾਂ ਸਿੱਖਾਂ ਸਿਪਾਹੀਆਂ ਨੂੰ ਇਨਾਮ ਦਿੱਤਾ ਜਿਨ੍ਹਾਂ ਦੀ ਬਹਾਦਰੀ ਨੇ ਰਾਜੇ ਨੂੰ ਫਤਿਹ ਦਿਵਾਈ ਸੀ। ਗੁਰੂ ਸਾਹਿਬ ਕਹਿਣ ਲੱਗੇ, ਦੇਖ ਗੋਪਾਲ ਚੰਦ, ਜਿਨ੍ਹਾਂ ਦੁਸ਼ਟਾਂ ਨੇ ਹੁਸੈਨੀ ਨੂੰ ਅਨੰਦਪੁਰ ਸਾਹਿਬ ਲਿਆਉਣ ਵਾਸਤੇ ਉਕਸਾਇਆ ਸੀ ਨਾ, ਉਹਨਾਂ ਚੁਗਲਾਂ ਦੇ ਹੀ ਲੋਕ ਪਰਲੋਕ ਵਿੱਚ ਮੂੰਹ ਕਾਲੇ ਹੋਏ ਨੇ ਤੇ ਸਾਰ ਹੀ ਘਟਾ ਵੀ ਉਹਨਾਂ ਉੱਤੇ ਹੀ ਬਰਸੀ ਹੈ ਜੀ ਤੋਂ ਉਹ ਮਾਰੇ ਗਏ। ਉਹ ਰਾਜੇ ਨੇ ਕਿਹਾ, ਮਹਾਰਾਜ ਤੱਕੇ ਪਰ ਨੂੰ ਪਾਏ ਘਰ ਨੂੰ, ਇਹ ਕਹਾਵਤ ਜਿਹੜੀ ਹੈ ਉਹ ਸੱਚੀ ਹੋ ਗਈ। ਫਿਰ ਰਾਜੇ ਨੂੰ ਗੁਰੂ ਸਾਹਿਬ ਨੇ ਖਿਲਤ ਦੇ ਕੇ ਵਿਦਾ ਕੀਤਾ ਤੇ ਇਸ ਜੰਗ ਦਾ ਵਰਣਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਬਚਿੱਤਰ ਨਾਟਕ ਦੇ 11ਵੇਂ ਅਧਿਆਏ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਜੋ ਹੈ ਕਥਨ ਕੀਤਾ ਹੈ। ਹੁਣ ਜਦੋਂ ਗੁਲੇਰ ਦੇ ਜੰਗ ਤੋਂ ਬਾਹਰ ਕੇ ਸ਼ਾਹੀ ਫੌਜ, ਇਹਨੂੰ ਗੁਲੇਰ ਦੀ ਜੰਗ ਵੀ ਕਿਹਾ ਜਾਂਦਾ ਤੇ ਇਹਨੂੰ ਹੁਸੈਨੀ ਜੰਗ ਵੀ ਕਹਿ ਦਿੰਦੇ ਆ, ਕਿਉਂਕਿ ਹੁਸੈਨ ਖਾਂ ਚੜ੍ਹ ਕੇ ਆਇਆ ਸੀ। ਗੁਲੇਰ ਇਹ ਕਿਲੇ ਤੇ ਜੰਗ ਹੋਈ ਸੀ। ਇਹਦੇ ਵਿੱਚ ਜਦੋਂ ਜੰਗ ਹਾਰ ਗਈ, ਸ਼ਾਹੀ ਫੌਜ ਲਾਹੌਰ ਨੂੰ ਮੁੜ ਗਈ, ਤਾਂ ਦਿਲਾਵਰ ਖਾਂ ਲਾਹੌਰ ਦਾ ਨਾਜ਼ਮ ਸੂਬਾ ਇਹ ਜੰਗ ਦਾ ਹਾਲ ਸੁਣ ਕੇ ਤੜਫਿਆ, ਸ਼ੋਕ ਤੇ ਕ੍ਰੋਧ ਨਾਲ ਲਬਾਲਬ ਹੋ ਗਿਆ। ਉਸੇ ਘੜੀ ਸਫਦਰ ਜੰਗ ਸਰਦਾਰ ਖਾਂ ਆਦਿਕ ਸਰਦਾਰਾਂ ਨੂੰ ਫੌਜ ਦੇ ਕੇ ਆਪਣੇ ਬੇਟੇ ਰੁਸਤਮ ਖਾਂ ਦੀ ਕੁੰਮਕ ਤੇ ਭੇਜਿਆ। ਰਾਜੇ ਜਵਾਹਰ ਸਿੰਘ ਤੇ ਚੰਦ ਨਰੈਣ ਚੰਦੇਲ ਰਾਜਪੂਤ, ਜੁਝਾਰ ਸਿੰਘ ਹਾਡੇ ਰਾਜਪੂਤ ਇਤਿਆਦਿਕ ਬੜੇ ਬੜੇ ਬਹਾਦਰਾਂ ਨੂੰ ਵੀ ਇਹਨੇ ਰੁਸਤਮ ਖਾਂ ਦੇ ਨਾਲ ਕਰਤਾ। ਇਹ ਸਭ ਜਦੋਂ ਅਨੇਕਾਂ ਪਰਬਤੀ ਰਾਜਿਆਂ ਤੋਂ ਜ਼ੋਰ ਨਾਲ ਦੂਣਾ ਚੌਣਾ ਸ਼ਾਹੀ ਮਾਮਲਾ ਲੈਂਦੇ ਹੋਏ ਜਸਵਾਲੀਆਂ ਦੇ ਕੇਸਰੀ ਚੰਦ ਦੇ ਰਾਜ ਵਿੱਚ ਪਹੁੰਚੇ ਤੇ ਉੱਥੇ ਲੜਾਈ ਹੋ ਪਈ, ਜਿਹਦੇ ਵਿੱਚ ਚੰਦੇਲ ਰਾਜੇ ਗੱਜ ਸਿੰਘ ਜੀ ਦਾ ਨਾਂ ਸੀ। ਇਤਿਆਦਿਕ ਤੇ ਜਸਵਾਲੀਏ ਜਿਹੜੇ ਸੀ ਉਹ ਐਸੇ ਲੜੇ, ਸੈਂਕੜੇ ਆਦਮੀ ਦੋਹਾਂ ਪਾਸਿਆਂ ਦੇ ਮਾਰੇ ਗਏ। ਜੁਝਾਰ ਸਿੰਘ ਜਿਹੜਾ ਮਹਾਰਥੀ ਯੋਧਾ, ਹਾਡਾ ਭਾਵ ਗੋਤ ਦਾ ਰਾਜਪੂਤ ਸੀ, ਜਿਹਦੀ ਬਾਬਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਬਚਿੱਤਰ ਨਾਟਕ ਬਾਣੀ ਵਿੱਚ ਲਿਖਿਆ, ਗਾਡਾ ਚੱਲੇ ਨਹਾਡਾ ਚੱਲ ਹੈ, ਸਮੂਹੇ ਸੇਲ ਸਮਰ ਕੋ ਚੱਲ ਹੈ। ਬਹੁਤ ਸਾਰੇ ਯੋਧੇ ਗੱਜ ਸਿੰਘ ਰਾਜੇ ਦੇ ਵੀ ਮਾਰ ਕੇ ਚੰਦਨ ਰਾਏ ਸਮੇਤ ਸ਼ਹੀਦ ਹੋ ਗਿਆ। ਉਹਨਾਂ ਦੇ ਮਰਨ ਤੋਂ ਸ਼ਾਹੀ ਫੌਜ ਦਾ ਐਸਾ ਹੌਸਲਾ ਟੁੱਟਿਆ, ਜੰਗ ਤੇ ਉਗਰਾਹੀ ਛੱਡ ਕੇ ਫਿਰ ਬਿਮਾਰੀ ਦਾ ਬਹਾਨਾ ਬਣਾ ਕੇ ਲਾਹੌਰ ਜਾ ਪਹੁੰਚੇ। ਇਹ ਖਬਰ ਜਦੋਂ ਔਰੰਗਜ਼ੇਬ ਨੂੰ ਪੁੱਜੀ ਤਾਂ ਆਪਣੇ ਵੱਡੇ ਪੁੱਤ ਮੁਆਜ਼ਮ ਖਾਂ ਨੂੰ ਫੌਜ ਦੇ ਕੇ ਪਹਾੜੀ ਰਾਜਿਆਂ ਨੂੰ ਸਿੱਧੇ ਕਰਨ ਦੇ ਵਾਸਤੇ ਫੱਗਣ ਮਹੀਨੇ ਵਿੱਚ ਸੰਮਤ 1747 ਬਿਕਰਮੀ ਨੂੰ ਪੰਜਾਬ ਵੱਲ ਤੋਰਿਆ। ਉਹਦੀ ਆਵਾਜ਼ ਸੁਣ ਕੇ ਜਿਹੜੇ ਪਹਾੜੀ ਰਾਜੇ ਸੀ ਇਹਨਾਂ ਨੂੰ ਬਹੁਤ ਫਿਕਰ ਹੋਇਆ। ਤਾਂ ਫਿਰ ਗੁਰੂ ਸਾਹਿਬ ਜੀ ਨੂੰ ਵੀ ਲੋਕਾਂ ਨੇ ਹੋਰ ਵਿੱਚ ਆ ਕੇ ਬਥੇਰਾ ਡਰਾਇਆ, ਪਰ ਹੁਣ ਜਿਹੜਾ ਸ਼ੇਰ ਨਾਰਾ ਉਹ ਕਦੋਂ ਕਿਸੇ ਦੇ ਡਰਾਏ ਡਰਦੇ, ਸਗੋਂ ਲੜਾਈ ਵਾਸਤੇ ਮਹਾਰਾਜ ਦੇ ਖੁਸ਼ੀ ਨਾਲ ਤਿਆਰ ਹੋ ਗਏ। ਸ਼ਹਿਜ਼ਾਦਾ ਆਪ ਤਾਂ ਲਾਹੌਰ ਵੱਲ ਚਲਿਆ ਗਿਆ ਤੇ ਵਕੀਲਾਂ ਚੁਗਲਾਂ ਦੇ ਆਖੇ ਇੱਕ ਅਹਿਦੀਆ ਜਿਹਦਾ ਨਾਂ ਸੀ ਮਿਰਜ਼ਾ ਜਾਫਰ ਬੇਗ, ਉਹਨੂੰ ਆਨੰਦਪੁਰ ਸਾਹਿਬ ਵੱਲ ਤੋਰ ਗਿਆ। ਜਦੋਂ ਉਹ ਆਇਆ ਤੇ ਉਹਨੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਬਾਰੇ ਵੇਖਿਆ ਕਿ ਸਤਿਗੁਰਾਂ ਦਾ ਸੀਤਲ ਸੁਭਾਅ, ਉਦਾਰਤਾ, ਤੇਜ ਪ੍ਰਤਾਪ, ਇਹ ਤੇ ਕਰਾਮਾਤ ਦੇ ਭੰਡਾਰ ਨੇ, ਦੁਨਿਆਵੀ ਲਾਗ ਲਪੇਟ ਤੋਂ ਰਹਿਤ, ਇਹ ਸੱਚਾ ਪੀਰ ਫਕੀਰ ਵੇਖ ਕੇ ਉਹ ਬਹੁਤ ਖੁਸ਼ ਹੋਇਆ। ਮਿਰਜ਼ਾ ਜਾਫਰ ਬੇਗ ਇਹ ਗਰੀਬਾਂ ਨੂੰ ਲੰਗਰ ਵਰਤਦਾ ਦੇਖ, ਕਥਾ ਕੀਰਤਨ ਹੁੰਦਾ, ਧਰਮ ਦਾ ਉਪਦੇਸ਼ ਹੁੰਦਾ ਦੇਖਿਆ, ਉਹ ਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਾਸ ਬਣ ਗਿਆ। ਸਗੋਂ ਜਿਹੜੇ ਲੋਕ ਗੁਰੂ ਸਾਹਿਬ ਨਾਲ ਬਾਦ ਵਿਵਾਦ ਰੱਖਦੇ ਸੀ ਤੇ ਸ਼ਹਿਜ਼ਾਦੇ ਦੀ ਧਾਕ ਸੁਣ ਕੇ ਜਿਹੜੇ ਨਿਮਕ ਹਰਾਮੀ ਉਹ ਨੱਠ ਗਏ ਸੀ। ਐਦੀਏ ਨੇ ਉਹਨਾਂ ਨੂੰ ਤੇ ਹੋਰ ਅਨੇਕਾਂ ਪਰਬਤੀ ਰਾਜੇ ਰਾਣਿਆਂ ਨੂੰ ਜਿਹੜੇ ਗੁਰੂ ਸਾਹਿਬ ਨਾਲ ਬਾਦ ਵਿਵਾਦ ਜਿਹਾ ਰੱਖਦੇ ਸਨ, ਫਿਰ ਫੜ ਕੇ ਬਹੁਤ ਮਾਰਿਆ ਕੁੱਟਿਆ, ਉਹਨਾਂ ਦੇ ਘਰ ਲੁੱਟ ਲਏ ਤੇ ਅਨੇਕਾਂ ਨੂੰ ਤਾਂ ਐਸਾ ਕੀਤਾ, ਗਧਿਆਂ ਤੇ ਚੜਾ ਕੇ, ਢੋਲ ਵਜਾ ਕੇ, ਪਿੱਛੇ ਲੜਕੇ ਲਵਾ ਕੇ, ਸ਼ਹਿਰਾਂ ਨਗਰਾਂ ਵਿੱਚ ਫਰਾ ਕੇ ਬੇਇੱਜ਼ਤ ਕੀਤੇ। ਕਈਆਂ ਨੂੰ ਇੱਟਾਂ ਤੇ ਪੱਥਰਾਂ ਦੀ ਮਾਰ ਕਰਾਈ।
ਇਹ ਦਸ਼ਾ ਉਹਨਾਂ ਮਨਮੁਖਾਂ ਦੀ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਨੇ ਇਉਂ ਬਚਿੱਤਰ ਨਾਟਕ ਪਵਿੱਤਰ ਬਾਣੀ ਵਿੱਚ ਜੋ ਬਾਬੇ ਕੇ ਅਰ ਬਾਬਰ ਕੇ ਇਹ ਲਿਖੇ ਹੈ ਬਚਨ ਆਪ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਿ ਜਦੋਂ ਮਿਰਜ਼ਾ ਜਾਫਰ ਵੇ, ਕਿਉਂਕਿ ਮਹਾਰਾਜ ਦਾ ਜਦੋਂ ਸਾਰਾ ਕੋਈ ਸੁਭਾਅ ਆਨੰਦਪੁਰ ਦੀ ਰੌਣਕ ਵੇਖੀ, ਉਹ ਪਹਾੜੀਆਂ ਨੂੰ ਪੈ ਨਿਕਲਿਆ ਵੀ ਤੁਸੀਂ ਬਿਨਾਂ ਅਰਥ ਤੋਂ ਉੱਥੇ ਚੁਗਲੀਆਂ ਕਰੀ ਜਾਂਦੇ ਹੋ ਤੇ ਤੁਹਾਡੀਆਂ ਘਾਟਾਂ ਤੁਹਾਡੇ ਵਿੱਚ ਹੈ। ਜਿੰਨੇ ਫਿਰ ਇਹੋ ਜਿਹੇ ਸੀ ਉਹਨੇ ਸਜ਼ਾਵਾਂ ਬਹੁਤ ਦਿੱਤੀਆਂ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਕਹੇ ਬਾਬੇ ਕੇ ਬਾਬਰ ਕੇ ਦੋ, ਆਪ ਕਰੇ ਪਰਮੇਸ਼ਰ ਸੋਊ, दीन सह इनको पहचानो, दुनी पत उनको अनुमानो, जो बाबे को दाम न दे है, तिन ते गह बाबर के लह, दे दे तिन को बड़ी सजाए, पुन लह ग्रह लूट बनाए। ये बचन उस समय महाराज ने कहे भी इधर बाबे के है, भाव गुरु नानक दे पातशाह जी दा पंथ, ते उधर बाबे के बाबर के पैदा करन वाला सब नूं परमेश्वर ही है। ते इस करके ਵੀ ਜਿਹੜਾ ਕੋਈ ਭਾਈ ਫਿਰ ਇੱਧਰ ਨਹੀਂ ਚੱਟੀ ਭਰਦਾ ਜਾਂ ਜਿਹੜਾ ਹੈ ਕੋਈ ਆਪਣਾ ਦਸਵੰਧ ਤੇ ਫਿਰ ਬਾਬਰ ਕੇ ਲੈ ਜਾਂਦੇ ਆ। ਦੇਖੋ ਉਹਨਾਂ ਨੂੰ ਫਿਰ ਇਹੋ ਜਿਹੀਆਂ ਸਜ਼ਾਵਾਂ ਉਸ ਸਮੇਂ ਮਿਲੀਆਂ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜ਼ਿਕਰ ਕੀਤਾ। ਇਤਿਹਾਦਿਕ ਬਚਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਜਿਹੜੇ ਲੋਕ ਗੁਰੂ ਕਾ ਪਦਾਰਥ ਲੈ ਕੇ ਮੁੱਕਰ ਗਏ ਸੀ ਜਾਂ ਕੋਈ ਕਾਰਜ ਹੈ ਬੇਨਤੀ ਕਰਨੀ ਤੇ ਉਦੋਂ ਬਾਅਦ ਦਸਵੰਧ ਦੇਣ ਮੌਕੇ ਕਿਤੇ ਉਧਰ ਦੇਦਾ ਕਿਤੇ ਉਧਰ, ਵੇ ਗੁਰੂ ਮਹਾਰਾਜ ਦਰ ਘਰ ਤੇ ਦਿੱਤਾ ਨਾ, ਉਹਦਾ ਲੇਖਾ ਤੇ ਦੇਣਾ ਹੀ ਪੈਣਾ ਹੈ ਨਾ। ਹੁਣ ਅਰਦਾਸ ਆਪਾਂ ਆਪਣੇ ਘਰ ਪਰਿਵਾਰ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਕਰਦੇ ਹਾਂ ਤੇ ਦਸਵੰਧ ਦੇਣ ਵੇਲੇ 100 ਹੀਲ ਹੁਜਤ ਕਰਦੇ ਆ, ਇੱਥੇ ਕੀ ਕਰਨਾ, ਇੱਟਾਂ ਹੀ ਲੱਗਣੀਆਂ, ਫਲਾਨਾ ਇਹ ਕਰ, ਉਹ ਫਿਰ ਜਿਹੜੀਆਂ ਇਹ ਆ ਫਿਰ ਸਮਾਂ ਆਉਣ ਤੇ ਲੇਖਾ ਸਾਰਾ ਭਰਨਾ ਪੈ ਜਾਂਦਾ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਭਾਈ ਇਹ ਜਿਹੜਾ ਬਾਬਰ ਕੇ ਬਾਬੇ ਕੀ ਇਹ ਸਾਰੀ ਖੇਡ ਅਕਾਲ ਪੁਰਖ ਪਰਮਾਤਮਾ ਦੀ ਚਲਾਈ ਹੋਈ ਹੈ। ਜਿਹੜਾ ਕੋਈ ਹੁਣ ਇਸ ਤਰ੍ਹਾਂ ਪਦਾਰਥ ਲੈ ਕੇ 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ, ਤੇ ਫਿਰ ਉਹਨਾਂ ਨੂੰ ਭਾਰੀ ਸਜ਼ਾ ਅਹਿਦੀਏ ਨੇ ਦਿੱਤੀ। 4 ਅਹਿਦੀਏ ਹੋਰ ਵੀ ਇਹਨਾਂ ਪਹਾੜੀਆਂ ਨੂੰ ਸਿੱਧੇ ਕਰਨ ਵਾਸਤੇ ਆ ਗਏ, ਜਿਨ੍ਹਾਂ ਨੇ ਭਲੀ ਭਾਂਤ ਸਜ਼ਾ ਦੇ ਕੇ ਰਾਜਿਆਂ ਤੋਂ ਫਿਰ ਅਗਲਾ ਪਿਛਲਾ ਸ਼ਾਹੀ ਟਕਾ ਸਾਰਾ ਕਢਾ ਲਿਆ। ਪਰ ਗੁਰੂ ਸਾਹਿਬ ਵੱਲ ਕਿਸੇ ਨੇ ਕੌੜੀ ਅੱਖ ਕਰਕੇ ਵੀ ਨਾ ਵੇਖਿਆ। ਇਹ ਸਾਰਾ ਬਿਰਤਾਂਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਹੈ ਬਚਿੱਤਰ ਨਾਟਕ ਦੇ ਵਿੱਚ ਸਾਰਾ ਜੰਗਾਂ ਯੁੱਧਾਂ ਦਾ ਹਾਲ ਮਹਾਰਾਜ ਨੇ ਵਰਣਨ ਕੀਤਾ ਹੈ। ਬਚਿੱਤਰ ਨਾਟਕ ਬਾਣੀ ਦੇ 12ਵੇਂ ਤੇ 13ਵੇਂ ਅਧਿਆਏ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਆਪ ਸਾਰੀ ਗੱਲ ਦਾ ਜ਼ਿਕਰ ਕਰਦੇ ਆ। ਜਿਹੜਾ ਕੋਈ ਬਚਿੱਤਰ ਨਾਟਕ ਪਵਿੱਤਰ ਬਾਣੀ ਪੜ੍ਹ ਸਕਦਾ ਉਹਦੇ ਵਿੱਚ ਫਿਰ ਸਾਰਾ ਪਤਾ ਲੱਗ ਜਾਂਦਾ ਹੈ। ਜਦੋਂ ਸ਼ਹਿਜ਼ਾਦਾ ਪਰਬਤੀਆਂ ਦੀ ਭੁਗਤ ਸਵਾਰ ਕੇ ਪਿਸ਼ਾਵਰ ਨੂੰ ਕੂਚ ਕਰ ਗਿਆ ਤਾਂ ਪਿੱਛੋਂ ਰਾਜੇ ਭੀਮ ਚੰਦ ਨੇ, ਜਿਹੜਾ ਕਿ ਆਪਣੇ ਬਾਪ ਨਾਲੋਂ ਵੀ ਬਹੁਤਾ ਵਿਰੋਧ ਗੁਰੂ ਸਾਹਿਬ ਨਾਲ ਰੱਖਦਾ ਸੀ, ਆਪਣੇ ਵਰਗੇ ਹੋਰ ਜਿਹੜੇ ਮਤਸਰੀ ਈਰਖਾਵਾਦੀ ਰਾਜੇ ਰਾਣਿਆਂ ਨੂੰ ਨਾਲ ਮਿਲਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉੱਤੇ ਇਹ ਚੁਗਲੀ ਸੂਬੇ ਲਾਹੌਰ ਦੇ ਕੋਲ ਜਾ ਕੇ ਕੀਤੀ ਕਿ ਗੁਰੂ ਗੋਬਿੰਦ ਸਿੰਘ ਸ਼ਸਤਰ ਬਣਵਾਉਂਦਾ, ਤੋਪਾਂ ਟਲਵਾ ਕੇ ਜਮ੍ਹਾਂ ਕਰ ਰਿਹਾ ਤੇ ਸਾਰੇ ਦੇਸ਼ ਦੇ ਧਾੜ ਵੀ ਚੋਰ ਰਾਠ ਆਦਮੀ ਇਹਨਾਂ ਦੇ ਕੋਲ ਬਹੁਤ ਰਹਿੰਦੇ ਨੇ। ਦੌਲਤ ਇਹਨਾਂ ਦੇ ਕੋਲੇ ਸੂਬੇ ਪੰਜਾਬ ਨਾਲੋਂ ਵੀ ਕਈ ਹਿੱਸੇ ਵਧੇਰੇ ਆਉਂਦੀ ਹੈ। ਖਜ਼ਾਨਾ ਜਵਾਹਰਾਤ ਦਾ ਬਾਦਸ਼ਾਹ ਤੋਂ ਘੱਟ ਨਹੀਂ ਹੈ। ਸੋ ਸਾਰੇ ਭਾਰਤ ਵਰਸ਼ ਦੇ ਸਿੱਖ 10ਵਾਂ ਹਿੱਸਾ ਦਿੰਦੇ ਨੇ ਇਹਨਾਂ ਨੂੰ। ਇਹਨਾਂ ਦੇ ਤਰੱਦਦ ਉਪਦੇਸ਼ ਸਭ ਬਾਦਸ਼ਾਹੀ ਲੈਣ ਦੇ ਹੀ ਨੇ। ਤਾਂ ਤੇ ਇਹੀ ਹੈ ਜਿੱਥੇ ਕਿਤੇ ਵੀ ਵੇਖੋ ਸਿੱਖ ਲੋਕ ਸ਼ਸਤਰ ਵਿਦਿਆ ਦਾ ਅਭਿਆਸ ਕਰ ਕਰਕੇ ਹੁਣ ਇਹ ਸ਼ਾਹੀ ਲਸ਼ਕਰ ਨਾਲ ਜੰਗ ਕਰਨ ਵਾਸਤੇ ਤਿਆਰ ਹੋ ਰਹੇ ਹੈ। ਇਸ ਕਰਕੇ ਪੱਕਾ ਭਰੋਸਾ ਪੈਂਦਾ ਹੈ ਕਿ ਕਦੇ ਨਾ ਕਦੇ ਇਹ ਜ਼ਰੂਰ ਬਾਦਸ਼ਾਹ ਦੇ ਮੁਕਾਬਲੇ ਤੇ ਇਹ ਸ਼ਮਸ਼ੇਰ ਉਠਾਏ ਬਿਨਾਂ ਇਹਨਾਂ ਨੇ ਰਹਿਣਾ ਨਹੀਂ। ਸਗੋਂ ਇਸ ਗੁਰੂ ਦੇ ਇਸ਼ਾਰੇ ਨਾਲ ਤਾਂ ਸਾਰੇ ਹਿੰਦੂ ਵੀ ਬਾਦਸ਼ਾਹ ਦੇ ਵੈਰੀ ਬਣ ਕੇ ਇੱਕੋ ਵਾਰੀ ਗਦਰ ਪਾ ਦੇਣਗੇ। ਤਾਂ ਫਿਰ ਤੁਹਾਨੂੰ ਸੰਭਾਲਣਾ ਔਖਾ ਹੋ ਜਾਣਾ। ਹੁਣੇ ਹੀ ਇਹਦਾ ਬੰਦੋਬਸਤ ਕਰਨਾ ਚਾਹੀਦਾ ਹੈ। ਇਹੋ ਜਿਹੀਆਂ ਹੋਰ ਅਨੇਕਾਂ ਗੱਲਾਂ ਬਾਤਾਂ ਰਾਜਿਆਂ ਤੋਂ ਸੁਣ ਕੇ ਲਾਹੌਰ ਦੇ ਸੂਬੇ ਨੇ ਉਸੇ ਵੇਲੇ ਅੱਗ ਵਾਂਗੂ ਤਪ ਕੇ ਜਿਹੜੀ ਨਦਾਉਣ ਦੀ ਜੰਗ, ਗੁਲੇਰ ਜੰਗ
ਜਿਹਦੇ ਵਿੱਚ ਹਾਰ ਹੋਈ। ਸ਼ਾਹੀ ਫੌਜ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ, ਕਿਉਂਕਿ ਉਹ ਸਮਝਦੇ ਸੀ ਕਿ ਸਾਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਹ ਦੇਸ਼ ਦੇ ਵਾਸੀਆਂ ਨੂੰ ਆਤਮ ਵਿਸ਼ਵਾਸ ਨਾਲ ਭਰਨਾ ਚਾਹੁੰਦੇ। ਮਹਾਰਾਜ ਦਾ ਇਸੇ ਕਰਕੇ ਦੇਖੋ, ਚਾਹੇ ਪਹਾੜੀਏ ਦਗੇਬਾਜ਼ ਸੀ, ਫਿਰ ਵੀ ਮਹਾਰਾਜ ਉਹਨਾਂ ਦੀ ਮਦਦ ਕਰ ਦਿੰਦੇ ਸੀ। ਮਹਾਰਾਜ ਨੇ ਤਾਂ ਭੀਮ ਚੰਦ ਨੂੰ ਇੱਥੇ ਤੱਕ ਕਿਹਾ ਸੀ ਇੱਕ ਵਾਰੀ, ਉਹ ਭੀਮ ਚੰਦ ਇਕੱਠੇ ਹੋ ਜਾਓ, ਤੈਨੂੰ ਮੈਂ ਦਿੱਲੀ ਦੀ ਬਾਦਸ਼ਾਹੀ ਲੈ ਦੂੰਗਾ। ਭਾਵ ਕਿ ਗੁਰੂ ਸਾਹਿਬ ਜੀ ਇਹਨਾਂ ਲੋਕਾਂ ਨੂੰ ਤੁਰਕਾਂ ਦੀ ਗੁਲਾਮੀ ਚੋਂ ਕੱਢਣਾ ਚਾਹੁੰਦੇ ਸੀ। ਮਹਾਰਾਜ ਕਹਿੰਦੇ ਅੱਜ ਨਿਕਲ ਜਾਣ, ਕੱਲ ਨਿਕਲ ਜਾਣ, ਬਾਰ-ਬਾਰ। ਨਾਲੇ ਇਹ ਫਿਰ ਮਹਾਰਾਜ ਨਾਲ ਧੋਖਾ ਕਰਦੇ ਤੇ ਗੁਰੂ ਪਾਤਸ਼ਾਹ ਮਹਾਰਾਜ ਫਿਰ ਇਹਨਾਂ ਦੀ ਮਦਦ ਕਰ ਦਿੰਦੇ ਜਦੋਂ ਇਹ ਸ਼ਰਨ ਆ ਜਾਂਦਾ ਜਿਹੜਾ ਵੀ ਕੋਈ ਰਾਜਾ। ਭਾਵ ਮਹਾਰਾਜ ਦਾ ਇਹੀ ਸੀ ਕਿ ਕਿਵੇਂ ਨਾ ਕਿਵੇਂ ਇਹ ਤੁਰਕਾਂ ਦੇ ਖਿਲਾਫ ਖੜੇ ਹੋ ਜਾਣ। ਇਹਨਾਂ ਰਾਜਿਆਂ ਕੋਲੇ ਫੌਜ ਹੈ, ਸਭ ਕੁਝ ਹੈ, ਰਿਆਸਤਾਂ ਹੈ, ਜੇ ਖੜੇ ਹੋ ਜਾਣ ਤਾਂ ਲੋਕਾਂ ਨੂੰ ਕੋਈ ਸੁੱਖ ਦਾ ਸਾਹ ਆਊ। ਜਿਹੜੀ ਜ਼ੁਲਮ ਕਰਨ ਵਾਲੇ ਤੁਰਕੀ ਰਾਜ ਹੈ ਇਹਦਾ ਖਾਤਮਾ ਹੋ ਸਕਦਾ। ਪਰ ਇਹ ਇੰਨੇ ਡਰੋਕਲ ਸਨ ਕਿ ਪਹਾੜੀਏ ਰਾਜੇ ਜੇ ਤਾਂ ਮਹਾਰਾਜ ਦੀ ਮਦਦ ਤੋਂ ਇੱਕ ਦੀ ਵਾਰ ਜੰਗ ਜਿੱਤ ਜਾਣਾ, ਮੁੜ ਕੇ ਫੇਰ ਡਰਨ ਲੱਗ ਜਾਣਾ ਤੁਰਕ ਕਿਤੇ ਆਪਾਂ ਨੂੰ ਕੁਛ ਕਰ ਨਾ ਦੇਣ, ਫੇਰ ਇਹ ਜਾ ਕੇ ਸਮਝੌਤੇ ਕਰ ਲੈਂਦੇ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਫਿਰ ਇਹੋ ਜਿਹੇ ਬਚਨ ਕਰਨੇ। ਮਹਾਰਾਜ ਕਹਿੰਦੇ ਤੁਰਕਾਂ ਤੇ ਪਹਾੜੀਆਂ ਦਾ ਵਿਸ਼ਵਾਸ ਨਾ ਕਰੋ, ਪਤਾ ਨਹੀਂ ਇਹ ਕਦੋਂ ਧੋਖਾ ਦੇ ਦੇਣ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੇ ਉਹ ਵਾਰ-ਵਾਰ ਗੱਲ ਆਉਂਦੀ ਸੀ ਕਿ ਨਦੌਣ ਦੀ ਜੰਗ ਵੀ ਮਹਾਰਾਜ ਦੇ ਕਰਕੇ ਜਿੱਤੀ ਗਈ ਹੈ, ਸ਼ਾਹੀ ਫੌਜ ਦਾ ਨੁਕਸਾਨ ਹੋਇਆ ਤੇ ਗੁਲੇਰ ਦੀ ਜੰਗ ਵੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉੱਤੇ ਫਿਰ ਫੌਜ ਚੜਾਉਣ ਦਾ ਲਾਹੌਰ ਦੇ ਸੂਬੇ ਨੇ ਹੁਕਮ ਦੇਤਾ। ਇਹ ਕਹਿਤਾ ਕਿ 10,000 ਰੁਪਈਆ ਗੁਰੂ ਗੋਬਿੰਦ ਸਿੰਘ ਚੱਟੀ ਦੇਵੇ, ਨਹੀਂ ਤਾਂ ਉਹਨੂੰ ਸਹਿਤ ਜੰਗ ਫਤਿਹ ਕਰਕੇ ਫਿਰ ਮੇਰੇ ਕੋਲੇ ਹਾਜ਼ਰ ਕਰੋ। ਇਹ ਹੁਕਮ ਦੇ ਅਨੁਸਾਰ ਸੂਬੇ ਦਾ ਪੁੱਤਰ ਤੇ ਨਾਇਬ ਸੂਬੇਦਾਰ ਦਲੇਲ ਖਾਂ 2,000 ਸਵਾਰ ਪਿਆਦਾ ਲੈ ਕੇ ਮਾਰੋ ਮਾਰ ਕਰਦੇ ਹੋਏ ਵਿਸਾਖ ਮਹੀਨਾ ਸੰਮਤ 1749 ਬਿਕਰਮੀ ਨੂੰ ਹੱਲਾ ਕਰਕੇ ਆਨੰਦਪੁਰ ਸਾਹਿਬ ਉੱਤੇ ਆ ਪਏ। ਸਿੱਖਾਂ ਨੇ ਉਹਨਾਂ ਦੇ ਹਮਲੇ ਨੂੰ ਰੋਕਣ ਵਾਸਤੇ ਉਦਮ ਕੀਤਾ। ਸ਼ਾਹੀ ਸੈਨਾ ਜ਼ੋਰ ਦੇ ਕੇ ਨਗਰ ਵਿੱਚ ਆ ਵੜੀ। ਸਿੱਖਾਂ ਨੇ ਫਿਰ ਜੰਗ ਕਰਕੇ ਉਹਨਾਂ ਨੂੰ ਸ਼ਹਿਰੋਂ ਬਾਹਰ ਕੱਢਿਆ। ਸ਼ਾਹੀ ਫੌਜ ਦੇ ਅੱਧੇ ਕੁ ਆਦਮੀ ਉਹ ਜਿਹੜੇ ਸੀ ਸ਼ਹਿਰ ਨੂੰ ਲੁੱਟ ਕੇ ਲੈ ਗਏ ਤੇ ਉੱਥੋਂ ਫਿਰ 5 ਕੋ ਭਲਾਣ ਪਿੰਡ ਉੱਥੇ ਜਾ ਕੇ ਉਤਰੇ ਤੇ ਇਹ ਖੁਸ਼ੀ 'ਚ ਵੀ ਆਪਾਂ ਨੂੰ ਚਲੋ ਲੁੱਟ ਦਾ ਮਾਲ ਬਹੁਤ ਮਿਲਿਆ, ਸ਼ਰਾਬਾਂ ਕਬਾਬਾਂ ਖਾ ਕੇ ਨਿਸ਼ਚਿੰਤ ਹੋ ਕੇ ਸੌਂ ਗਏ। ਇੱਧਰੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਹੁਕਮ ਨਾਲ ਧਾਵਾ ਕਰਕੇ ਸਿੱਖ ਅੰਮ੍ਰਿਤ ਵੇਲੇ ਜਾ ਕੇ ਇਹਨਾਂ ਤੇ ਉਸ ਪਿੰਡ ਵਿੱਚ ਬਿਜਲੀ ਵਾਂਗੂ ਜਾ ਪਏ। ਤੁਰਕ ਐਸੇ ਘਬਰਾ ਕੇ ਉੱਠੇ ਕਿ ਆਪਣਾ ਆਪ ਹੀ ਨਾ ਸੰਭਾਲ ਸਕੇ। ਕੋਈ ਤਾਂ ਸਿੱਖਾਂ ਨੇ ਮਾਰਤੇ, ਕੁਝ ਹਨੇਰੇ ਦੀ ਘਬਰਾਹਟ ਦੇ ਸਬੱਬ ਵਿੱਚ ਆਪ ਦੇ ਵਿੱਚ ਹੀ ਇਹ ਬਿਨਾਂ ਪਹਿਚਾਣ ਤੋਂ ਲੜ ਕੇ ਮਰ ਗਏ। ਬਾਕੀ ਜਿੱਧਰ ਜਿਹਦਾ ਦਾਅ ਲੱਗਿਆ ਫਿਰ ਉਧਰ ਨੂੰ ਭੱਜ ਲਿਆ। ਉਹ ਸਬਾਬ ਜਿਹੜਾ ਆਨੰਦਪੁਰ ਤੋਂ ਸ਼ਾਹੀ ਫੌਜ ਦੇ ਆਦਮੀ ਲੁੱਟ ਕੇ ਲੈ ਗਏ ਸੀ, 20 ਕੁ ਘੋੜੇ ਹੋਰ ਇਹਨਾਂ ਨੇ ਸਿੱਖਾਂ ਨੇ ਤੇ ਹੋਰ ਸਾਰਾ ਕੁਝ ਫਿਰ ਸਿੱਖ ਖੋਹ ਲਿਆਏ। ਲਾਹੌਰ ਦਾ ਸੂਬਾ ਇਹ ਹਾਲ ਸੁਣ ਕੇ ਕ੍ਰੋਧ ਨਾਲ ਲਬਾ-ਲਬ ਪੀਲਾ ਹੋ ਗਿਆ। ਜਦ ਹੋਰ ਬਹੁਤ ਸ਼ਾਹੀ ਫੌਜ ਭੇਜਣੀ ਚਾਹੀ ਤਦ ਨੂੰ ਸ਼ਹਿਜ਼ਾਦਾ ਪਸ਼ਾਵਰ ਤੋਂ ਮੁੜਿਆ ਆ। ਉਹਦੇ ਕੋਲ ਉਹਦਾ ਮੀਰ ਮੁਨਸ਼ੀ ਉਸ ਸਮੇਂ ਭਾਈ ਨੰਦ ਲਾਲ, ਇਹ ਸ਼ਹਿਜ਼ਾਦਾ ਜਿਵੇਂ ਜਿਹਨੂੰ ਬਾਅਦ ਵਿੱਚ ਬਹਾਦਰ ਸ਼ਾਹ ਵੀ ਕਹਿੰਦੇ ਨੇ। ਹੁਣ ਮੀਰ ਮੁਨਸ਼ੀ ਸੀ ਭਾਈ ਨੰਦ ਲਾਲ ਤੇ ਇੱਕ ਦੀਵਾਨ ਸੀ ਹਾਕਮ ਰਾਏ ਆਗਰੇ ਵਾਲਾ। ਇਹ ਹੁਣ ਗੁਰੂ ਸਾਹਿਬ ਨੂੰ ਵੀ ਮੰਨਦੇ ਸੀ, ਸਿੱਖ ਮੰਤਰੀ ਸੀ ਇਹ ਉਹਦੇ ਸ਼ਹਿਜ਼ਾਦੇ ਦੇ। ਤੇ ਸ਼ਹਿਜ਼ਾਦੇ ਨੇ ਇਹਨਾਂ ਤੋਂ ਗੁਰੂ ਸਾਹਿਬਾਂ ਦੀਆਂ ਅਜ਼ਮਤਾਂ ਤੇ 6ਵੇਂ ਸਤਿਗੁਰੂ ਦੇ ਜੰਗਾਂ ਦਾ ਪ੍ਰਸੰਗ, ਜੋ ਉਹਨਾਂ ਨੇ ਸ਼ਾਹਜਹਾਨ ਦੇ ਲਸ਼ਕਰ ਨੂੰ 4 ਵਾਰੀ ਹਾਰ ਦਿੱਤੀ ਸੀ, ਉਹ ਸਾਰਾ ਵਰਤਾਂਤ ਸੁਣਿਆ ਹੋਇਆ ਸੀ। ਇਸ ਕਰਕੇ ਉਹਨੇ ਫੌਜ ਦੀ ਚੜ੍ਹਾਈ ਹਟਾਤੀ। ਸਗੋਂ ਸ਼ਹਿਜ਼ਾਦੇ ਨੇ ਭਾਈ ਨੰਦ ਲਾਲ ਜੀ ਨੂੰ ਆਪਣੇ ਵੱਲੋਂ ਨਜ਼ਰ ਨਿਆਜ਼ ਦੇ ਕੇ ਗੁਰੂ ਸਾਹਿਬ ਜੀ ਦੇ ਕੋਲ ਆਨੰਦਪੁਰ ਸਾਹਿਬ ਭੇਜਿਆ ਤੇ ਬੇਨਤੀ ਕੀਤੀ ਕਿ ਮਹਾਰਾਜ ਆਪ ਬਚਨ ਕਰੋ ਤਾਂ ਮੈਂ ਬਾਦਸ਼ਾਹ ਹੋ ਕੇ ਤੁਹਾਡੀ ਸੇਵਾ ਕਰਾਂ। ਇਹਦੇ ਉੱਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਭਾਈ ਨੰਦ ਲਾਲ ਨੂੰ ਕਿਹਾ ਸੀ ਕਿ ਮੁਆਜ਼ਮ ਸ਼ਾਹ ਭੋਰਾ ਵੀ ਫਿਕਰ ਨਾ ਕਰੇ, ਕੋਈ ਗੱਲ ਨਹੀਂ, ਅਸੀਂ ਉਸੇ ਨੂੰ ਬਾਦਸ਼ਾਹ ਬਣਾਵਾਂਗੇ।
ਇਹ ਬਚਨ ਸੁਣ ਕੇ ਭਾਈ ਨੰਦ ਲਾਲ ਬਹੁਤ ਖੁਸ਼ ਹੋਇਆ। ਗੁਰੂ ਸਾਹਿਬ ਜੀ ਵੱਲੋਂ ਸਿਰੋਂ ਪਾਓ ਵਧਾਈ ਪਾ ਕੇ ਸ਼ਹਿਜ਼ਾਦੇ ਨੂੰ ਆ ਕੇ ਸਤਿਗੁਰਾਂ ਦੇ ਬਰ ਬਚਨ ਸੁਣਾਏ ਤੇ ਉਹ ਵੀ ਅਲਹਮਦ ਪੜ੍ਹ ਕੇ ਉਹਨੇ ਬਹੁਤ ਖੁਸ਼ੀ ਮਨਾਈ। ਇਸੇ ਤਰ੍ਹਾਂ ਫਿਰ ਹੁਣ ਸ਼ਹਿਜ਼ਾਦਾ ਮੁਅੱਜ਼ਮ ਜਿਹੜਾ ਸੀ ਉਹਦੇ ਸਬੱਬ ਉਹ ਜੰਗ ਤੇ ਕਲੇਸ਼ ਦੇਸ਼ ਦੇ ਰਾਜਿਆਂ ਤੇ ਹਾਕਮਾਂ ਦਾ ਮਿਟ ਗਿਆ। ਤਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਫਿਰ ਇੱਧਰ ਸੰਗਤਾਂ ਨੂੰ ਧਰਮ ਦਾ ਉਪਦੇਸ਼ ਤੇ ਧਰਮ ਉਪਦੇਸ਼ ਸ਼ਾਸਤਰ ਵਿਦਿਆ ਉਹ ਵਿਸ਼ੇਸ਼ ਵਧਾਉਣ ਵੱਲ ਤਤਪਰ ਹੋ ਗਏ। ਤਦ ਨੂੰ ਬੁਦੇਲਖੰਡ ਤੋਂ ਕਵੀਰੇਸ਼ ਪੰਡਤ ਮਸ਼ਹੂਰ ਕਵੀਸ਼ਰ ਤੁਰਕਾਂ ਤੋਂ ਡਰਦਾ ਹੋਇਆ ਭੱਜ ਕੇ ਨਾਂ ਸੀ ਇਹਦਾ ਕਵੀਰੇਸ਼, ਬੜਾ ਮਸ਼ਹੂਰ ਵਿਦਵਾਨ ਸੀ, ਬੜੀ ਕਵਿਤਾ ਰਚਨ ਵਾਲਾ ਵਿਦਵਾਨ। ਇਹ ਸਤਿਗੁਰੂ ਮਹਾਰਾਜ ਕੋਲ ਆ ਗਿਆ ਕਿਉਂਕਿ ਉਹਨੂੰ ਤੁਰਕ ਜਿਹੜੇ ਸੀ ਮੁਸਲਮਾਨ ਬਣਾਉਣ ਲੱਗੇ ਸੀ। ਗੁਰੂ ਸਾਹਿਬ ਨੇ ਉਹਦੀ ਚੰਗੀ ਤਰ੍ਹਾਂ ਰੱਖਿਆ ਕੀਤੀ ਤੇ ਇੱਜ਼ਤ ਕੀਤੀ। ਪਹਿਲਾਂ ਵੀ ਬਹੁਤ ਕਵੀਸ਼ਰ ਗੁਰੂ ਸਾਹਿਬ ਜੀ ਦੇ ਕੋਲੇ ਨੌਕਰ ਸਨ ਰਹਿੰਦੇ ਸੀ, ਜਿਨ੍ਹਾਂ ਵਿੱਚੋਂ ਅੰਮ੍ਰਿਤ ਰਾਏ, ਕਵੀਰੇਸ਼, ਮੰਗਲ ਸੈਨਾਪਤੀ, ਸੁਖਦੇਵ, ਚੰਦਨ, ਈਸ਼ਰ, ਆਲਮ, ਉਦੇ ਰਾਏ, ਹੰਸਰਾਜ, ਫਿਰ ਰਾਵਲ ਰਾਮ, ਇੱਕ ਅੱਲੂ, ਮਧੂ, ਚੰਦ ਬੱਲੂ, ਵਿਧੀਆ, ਨੰਦ ਲਾਲ, ਬ੍ਰਿਜ ਲਾਲ, ਖਾਨ ਖਾਨਾ, ਪਿੰਡੀ ਲਾਲ, ਰਾਮਦਾਸ, ਹੁਸੈਲੀ ਨਿਹਾਲ, ਮਦਨ ਲਾਲ, ਧਿਆਨ ਸਿੰਘ, ਧਰਮ ਸਿੰਘ, ਦਇਆ ਸਿੰਘ, ਰੋਸ਼ਨ ਸਿੰਘ, ਮਾਲਾ ਸਿੰਘ, ਆਸਾ ਸਿੰਘ, ਨੰਦ ਸਿੰਘ, ਸੁੱਖਾ ਸਿੰਘ, ਧੰਨਾ ਸਿੰਘ, ਫਿਰ ਇੱਕ ਕਵੀ ਟਹਿਕਨ, ਨੰਦ ਰਾਮ, ਨਾਨੂ, ਇੱਕ ਕਵੀ ਗੁਰਦਾਸ ਤੇ ਇੱਕ ਅਚਲ ਦਾਸ, ਇੱਕ ਅਣੀ ਰਾਏ, ਸ਼ਿਆਮ ਸੈਨਾ, ਫਿਰ ਸੇਖਾ ਰਾਮਚੰਦ ਬਾਲੂ, ਇੱਕ ਕਵੀ ਮਾਨੀ, ਕਵੀ ਸੁੰਦਰ, ਸੋਹਣ ਜਾਨ, ਕਵੀ ਹੀਰ, ਕਵੀ ਠਾਕੁਰ। ਇਸ ਤਰ੍ਹਾਂ ਦੇ 52 ਕਵੀਸ਼ਰ ਸੀ ਜਿਹੜੇ ਗੁਰੂ ਸਾਹਿਬ ਦੇ ਕੋਲ। ਕੋਈ ਚਲਿਆ ਵੀ ਜਾਂਦਾ, ਕੋਈ ਆ ਜਾਂਦਾ, ਰੌਣਕ ਬਣੀ ਰਹਿੰਦੀ। ਜਿਨ੍ਹਾਂ ਦੀ ਚਰਚਾ ਤੇ ਕਵੀਸ਼ਰੀ ਸੁਣਨ ਦਾ ਗੁਰੂ ਸਾਹਿਬ ਨੂੰ ਬਹੁਤ ਪ੍ਰੇਮ ਸੀ। ਗੁਰੂ ਸਾਹਿਬ ਨੇ ਬਹੁਤ ਗ੍ਰੰਥ ਵੀ ਉਹਨਾਂ ਤੋਂ ਬਣਵਾਏ, ਜਿਹੜੇ ਆਨੰਦਪੁਰ ਸਾਹਿਬ ਛੱਡਣ ਦੇ ਸਮੇਂ ਤੁਰਕਾਂ ਨੇ ਲੁੱਟ ਖਸੋੜ ਕੇ ਪਾੜ ਸੁੱਟੇ ਸੀ, ਜਿਨ੍ਹਾਂ ਵਿੱਚੋਂ ਹੁਣ ਵੀ ਅਨੇਕਾਂ ਹਨ। ਇਸੇ ਸਾਲ ਹੋਲੇ ਦੇ ਦਿਨਾਂ ਦੇ ਵਿੱਚ ਗੁਰੂ ਸਾਹਿਬ ਦੇ ਕੋਲੇ ਬਹੁਤ ਸੰਗਤ ਆਈ, ਜਿਹਦੇ ਵਿੱਚ ਨੱਟ ਜਿਹੜੇ ਨੱਟ ਭੱਟ ਵਗੇ ਹੁੰਦੇ ਆ, ਜਿਵੇਂ ਉਪਮਾ ਦੇ ਕਵਿਤ ਉਚਾਰਨ ਵਾਲੇ, ਫਿਰ ਰਾਗੀ, ਰਬਾਬੀ, ਕਲਾਵਤ, ਕਵੀਸ਼ਰ, ਪੰਡਤ ਜਿੱਥੇ ਸ਼ਬਦ ਆਵੇ ਉੱਥੇ ਵਿਦਵਾਨ ਸਮਝਣਾ ਹੈ, ਭਾਵ ਕਿਸੇ ਭਾਸ਼ ਵਿਦਿਆ ਦਾ ਜਿਹੜਾ ਬਹੁਤ ਵਿਦਵਾਨ ਹੋਵੇ, ਕਿਸੇ ਇਲਮ ਦਾ, ਕੋਈ ਕਵੀਸ਼ਰਾਂ ਦਾ, ਕੋਈ ਹੋਰ ਵੱਖ-ਵੱਖ ਗੁਣਾਂ ਦੇ ਵਿੱਚ। ਇਸ ਤਰ੍ਹਾਂ ਆਪੋ ਆਪਣੇ ਗੁਣ ਦਿਖਾ ਕੇ ਮਾਣ ਪਾਉਂਦੇ, ਧਨ ਪਾਉਂਦੇ, ਵਾਹ ਲੈ ਰਹੇ ਸੀ। ਤਦ ਨੂੰ ਹੋਲੇ ਦਾ ਦਿਨ ਅਸ਼ਟਮ ਆ ਗਿਆ। ਗੁਰੂ ਸਾਹਿਬ ਜੀ ਨੇ ਉੱਚੇ ਥਾਂ ਦਮਦਮੇ ਤੇ ਦੀਵਾਨ ਲਾਉਣ ਦਾ ਹੁਕਮ ਦਿੱਤਾ। ਸਿੱਖਾਂ ਨੇ ਫਿਰ ਚੰਗੇ ਕੁਮਕੁਮੇ ਗੁਲਾਲ ਅਮੀਰ ਦੇ ਝੋਲੇ ਭਰ ਲਏ, ਕੇਵੜਾ, ਗੁਲਾਬ, ਕੇਸਰ, ਕਪੂਰ ਕਢਾ ਕੇ ਗੁਰੂ ਸਾਹਿਬ ਜੀ ਬੜੇ ਕੜਾਹੇ ਚਵੱਚੇ ਭਰਾ ਤੇ ਗੁਲਾਲ ਦੀਆਂ ਝੋਲੀਆਂ ਭਰ ਕੇ ਸੰਗਤ ਆ ਕੇ ਇਕੱਠੀ ਹੋ ਗਈ। ਤਦ ਨੂੰ ਗੁਰੂ ਸਾਹਿਬ ਵੀ ਮਸੰਦਾ ਮੇਵੜਿਆਂ ਮੁਸਾਹਬਾਂ ਸਮੇਤ ਸਫੇਦ ਨਵੀਨ ਪੁਸ਼ਾਕ ਪਹਿਨ ਕੇ ਆਪਣੇ ਅਧਿਕਾਰ ਦੇ ਅਨੁਸਾਰ ਆ ਬੈਠੇ। ਪਹਿਲਾਂ ਰਾਗੀਆਂ ਨੇ ਸ਼ਬਦ ਗਾਇਆ, ਗੁਰ ਸੇਵੋ ਕਰ ਨਮਸਕਾਰ, ਆਜ ਹਮਾਰੇ ਮੰਗਲ ਚਾਰ, ਆਜ ਹਮਾਰੇ ਮਹਾ ਆਨੰਦ, ਚਿੰਤ ਲੱਥੀ ਭੇਟੇ ਗੋਬਿੰਦ, ਆਜ ਹਮਾਰੇ ਗ੍ਰਹਿ ਬਸੰਤ, ਗੁਣ ਗਾਏ ਪ੍ਰਭ ਤੁਮ ਬੇਅੰਤ ਰਹਾਓ, ਆਜ ਹਮਾਰੇ ਬਨੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ, ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ, ਮਨ ਤਨ ਮੌਲਿਓ ਅਤ ਅਨੂਪ, ਸੂਕੈ ਨਾਹੀ ਛਾਬ ਧੂਪ, ਸਗਲੀ ਰੂਤੀ ਹਰਿਆ ਹੋਏ, ਸਦ ਬਸੰਤ ਗੁਰ ਮਿਲੇ ਦੇਵ, ਬਿਰਖ ਜਮਿਓ ਹੈ ਪਾਰ ਜਾਤ, ਫੂਲ ਲੱਗੇ ਫਲ ਰਤਨ ਭਾਂਤ, ਤ੍ਰਿਵਤ ਗਾਨੇ ਹਰ ਗੁਣ ਹੈ ਗਾਏ, ਜਨ ਨਾਨਕ ਹਰ 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 ਧਿਆਏ। ਇਹ ਬਸੰਤ ਮਹੱਲਾ ਪੰਜਵਾ। ਤੋ ਇਸ ਪਿੱਛੋਂ ਫਿਰ ਰਬਾਬੀਆਂ ਨੇ ਹੋਲੀ ਦੇ ਸਵਈਏ ਗਾਏ। ਉਦੋਂ ਬਾਅਦ ਮੇਵੜੇ ਨੇ ਹੋਲਾ ਖੇਡਣ ਦਾ ਅਰਦਾਸਾ ਸੋਧਿਆ। ਪਹਿਲਾਂ ਦੀਵਾਨ ਵਿੱਚ ਭਾਈ ਨੰਦ ਚੰਦ ਜੀ ਨੇ ਗੁਰੂ ਸਾਹਿਬ ਨੂੰ ਅਮੀਰ ਗੁਲਾਲ ਚੜਾਇਆ, ਸੁਗੰਧੀ ਵਾਲਾ ਰੰਗ ਛਿਣਕਿਆ।
ਫਿਰ ਵੱਡੇ ਵੱਡੇ ਮਸੰਦਾ ਤੇ ਨਾਮੀ ਨਾਮੀ ਸਿੱਖਾਂ ਨੇ ਗੁਲਾਲ ਰੰਗ ਅਤਰ ਉਲੀਚਿਆ। ਇਦੋਂ ਬਾਅਦ ਫਿਰ ਆਪੋ ਤਾਪ ਐਸੀ ਹੋਈ, ਗੁਲਾਲ ਦੀ ਹਨੇਰੀ ਰੰਗ ਦੀ ਵਰਖਾ ਵਸ ਪਈ। ਅੱਜ ਕੱਲ੍ਹ ਤਾਂ ਹੁਣ ਜਿਹੜੇ ਨਵੀਨ ਨੇ ਨਾ, ਉੱਥੇ ਹੁਣ ਜਦੋਂ ਕੋਈ ਜਾਂਦੇ ਆ, ਜਦੋਂ ਹੋਲੇ ਮਹੱਲੇ ਦੇਖੋ ਜਿਹੜੇ ਮੁਖੀ ਨੇ ਸੰਪਰਦਾਇ ਹੋਰ, ਉਹ ਫਿਰ ਰੰਗ ਲਾਉਂਦੇ ਨੇ। ਤੇ ਇਹ ਨਵੇਂ ਜਿਹੜਾ ਹੈ ਜਿਹਨਾਂ ਨੂੰ ਗਿਆਨ ਕੋਈ ਨਹੀਂ, ਤੇ ਉਹ ਫਿਰ ਫੋਟੋਆਂ ਪਾ ਕੇ ਟਿੱਪਣੀਆਂ ਕਰਦੇ ਆ ਕਿ ਦੇਖੋ ਜੀ ਇਹ ਤਾਂ ਮੂੰਹ ਰੰਗੇ ਆ, ਇਹ ਸਿੱਖੀ ਨਹੀਂ। ਇਹਦੇ ਵਿੱਚ ਹੈਰਾਨੀ ਇਹ ਹੋ ਜਾਂਦੀ ਹੈ ਵੀ ਸਿੱਖੀ 'ਚ ਹੈ ਕੀ ਹੈ, ਫਿਰ ਤੁਸੀਂ ਦੱਸ ਦਿਓ। ਜੇ ਰੰਗ ਨਹੀਂ ਸਿੱਖੀ 'ਚ ਹੈਗੇ ਤਾਂ ਹੋਰ ਕੀ ਹੈ, ਹੁਣ ਰੰਗ ਹੀ ਮਲਦੇ ਆ, ਕੋਈ ਜ਼ਹਿਰ ਤਾਂ ਨਹੀਂ ਕਿਸੇ ਤੇ ਸੁੱਟਦਾ। ਹਾਂ, ਜਿਹੜੀ ਗੱਲ ਇਹ ਚੱਲ ਪਈ ਹੈ ਨਾ ਵੀ ਕਿਸੇ ਤੇ ਧੱਕੇ ਨਾਲ ਛੱਡ ਦਿਓ ਕਿਸੇ ਨੂੰ ਕੁਛ ਆ, ਜਿਵੇਂ ਹੁਣ ਬਾਜ਼ਾਰਾਂ 'ਚ ਹੁੰਦਾ ਹੈ ਕੋਈ ਬੀਬੀਆਂ ਭੈਣਾਂ ਕੋਈ ਜਾਂਦਾ ਹੈ ਉਹਨਾਂ ਨੂੰ, ਉਹ ਜਿਹੜੀਆਂ ਇਹ ਮਸ਼ਕਰੀਆਂ ਨੇ, ਇਹ ਗਲਤ। ਜਿਹੜਾ ਅਸਲ ਵਿੱਚ ਉੱਥੇ ਖੇਡਿਆ ਜਾਂਦਾ ਸੀ ਹੁਣ ਵੀ ਹੈ, ਜਿੱਥੇ ਪ੍ਰੇਮ ਭਾਵਨਾ ਹੈ। ਇਹ 10 ਜਾਣੇ ਆ, ਉਹਨਾਂ ਮਿਥ ਲਿਆ ਵੀ ਆਪਾਂ ਖੇਡਣਾ ਰੰਗਾਂ ਦੀ ਹੋਲੀ, ਤਾਂ ਉਹਦੇ ਵਿੱਚ ਆ ਜੇ ਹੁਣ ਕੋਈ ਇੱਕ ਵਿਅਕਤੀ ਉੱਥੇ ਬੈਠਾ ਹੈ, ਉਹ ਨਹੀਂ ਖੇਡਣਾ ਚਾਹੁੰਦਾ, ਉਹਦਾ ਮਨ ਇੱਧਰ ਨਹੀਂ ਹੈ, ਉਸ ਨੂੰ ਕੋਈ ਧੱਕਾ ਨਾਲ ਫਿਰ ਇਹ ਲੜਾਈ ਦਾ ਕਾਰਨ ਬਣਦੇ ਆ। ਗੁਰੂ ਸਾਹਿਬਾਂ ਨੇ ਰੰਗਾਂ ਨਾਲ ਕੋਈ ਮਹਾਰਾਜ ਦਾ ਵਿਰੋਧ ਨਹੀਂ ਸੀ। ਗੁਰੂ ਸਾਹਿਬ ਨੇ ਕਿਹਾ ਵੀ ਇਹਨਾਂ ਚੀਜ਼ਾਂ ਨੂੰ ਬੁਰਾਈ ਦਾ ਕਾਰਨ ਨਾ ਬਣਾਓ, ਨਸ਼ੇ ਵਿਸ਼ਿਆਂ ਤੋਂ ਬਚੋ, ਝਗੜੇ ਦਾ ਕਾਰਨ। ਇਹ ਪ੍ਰੇਮ ਦਾ ਖੇਡ ਹੈ। ਤੋ ਇਸ ਕਰਕੇ ਰੰਗ ਇੱਕ ਦੂਜੇ ਦੇ ਲਾ ਲੈਣਾ ਇਹ ਕੋਈ ਗੱਲ ਗੁਰਮਤ ਦੇ ਉਲਟ ਨਹੀਂ ਹੈ। ਹਾਂ, ਜਿਨ੍ਹਾਂ ਨੂੰ ਨਹੀਂ ਗਿਆਨ ਉਹ ਲਾਈ ਜਾਂਦੇ। ਜਦੋਂ ਭਾਈ ਨੰਦ ਲਾਲ ਜੀ ਨੂੰ ਪੜ੍ਹੋ, ਉਹ ਵੀ ਬਕਾਇਦਾ ਜ਼ਿਕਰ ਕਰਦੇ ਨੇ ਕਿ ਗੁਰੂ ਸਾਹਿਬ ਜੀ ਆਪਣੀਆਂ ਰਚਨਾਵਾਂ ਦੇ ਵਿੱਚ ਭਾਈ ਨੰਦ ਲਾਲ ਜੀ ਨੇ ਵੀ ਰੰਗ ਨਾਲ ਖੇਡਣ ਦਾ ਜ਼ਿਕਰ ਕੀਤਾ ਹੈ। ਰਹੋ ਵਿਚਾਰ। ਤੇ ਇਸ ਤਰ੍ਹਾਂ ਬਹੁਤ ਖੁਸ਼ੀ ਨਾਲ ਫਿਰ ਰੰਗ ਦੀ ਵਰਖਾ ਹੋਈ, ਖੁਸ਼ੀ ਤੇ ਆਨੰਦ ਦਾ ਦਰਿਆ ਉਛਲਿਆ। ਪਿਚਕਾਰੀਆਂ ਤੇ ਗੁਲਾਲ ਦੀਆਂ ਮੁੱਠਾਂ ਨੇ ਅਜਬ ਸ਼ਹਿਬਰ ਲਾਈ। ਛੇਕੜ ਸੰਗਤ ਨੇ ਐਸਾ ਫਿਰ ਹੱਲਾ ਮਚਾਇਆ ਕਿ ਜਾਣੋ ਸੱਚਮੁੱਚ ਦਾ ਯੁੱਧ ਕਰਕੇ ਦਿਖਾਇਆ। ਅਨੇਕਾਂ ਮਸੰਦ ਹੌਜਾਂ ਵਿੱਚ ਝੌਖਲੇ ਰੌਖਲੇ ਗਏ, ਕਿਧਰੇ ਡੱਫ ਝਾਂਜ ਤਾਲ ਨਾਲ ਧਮਾਲ ਰਾਗ ਰੈਨ ਹੋ ਰਿਹਾ। ਬੇਅੰਤ ਜਗ੍ਹਾ ਹੋਲੀ ਦੀ ਆਵਾਜ਼ ਠਾਠਦੇ ਰਹੀ ਹੈ, ਕਿਧਰੇ ਸ਼ਬਦਾਂ ਦੀ ਧੁਨਕਾਰ, ਕਿਧਰੇ ਰਾਗਾਂ ਦਾ ਪ੍ਰੇਮ, ਕਿਤੇ ਨਾਮ ਦਾ ਰੰਗ ਬੜਾ ਆਨੰਦ ਦੇ ਰਿਹਾ। ਇਸ ਤਰ੍ਹਾਂ 8 ਦਿਨ ਹੋਲੇ ਦਾ ਆਨੰਦ ਪ੍ਰੇਮ ਵਿਲਾਸ ਹੁੰਦਾ ਰਿਹਾ। ਕਵੀਸ਼ਰ ਕਵਿੱਤ ਸੁਣਾ ਕੇ ਗੁਰੂ ਸਾਹਿਬ ਤੋਂ ਦਾਨ ਪਾਉਂਦੇ ਰਹੇ। ਫਿਰ 9ਵੇਂ ਦਿਨ ਹੋਲੀ ਤੋਂ ਦੂਸਰੇ ਦਿਨ ਮਹੱਲਾ ਖੇਡਿਆ। ਨਿਸ਼ਾਨਾਂ ਦੇ ਦਰਸ਼ਨ ਤੇ ਫੁੱਲਾਂ ਦੀ ਵਰਖਾ ਹੋਈ। ਕੜਾਹ ਪ੍ਰਸ਼ਾਦ ਵਰਤ ਕੇ ਸੰਗਤ ਨੇ ਜਥਾ ਸ਼ਕਤ ਭੇਟ ਚੜਾਈ। ਦੂਜੇ ਦਿਨ ਫਿਰ ਦੀਵਾਨ ਦੇ ਵਿੱਚ ਸੰਗਤ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਜੋ ਹੁਕਮਨਾਮੇ ਭੇਜੇ ਸਨ ਕਿ ਸਾਰੇ ਗੁਰੂ ਜੀ ਦੇ ਸਿੱਖ ਜਿਹੜੇ ਆ ਭਾਈ ਉਹ ਕੇਸ ਰੱਖੋ। ਸੋ ਜਿਸ ਦਿਨ ਤੋਂ ਅਸੀਂ ਕੇਸ ਰੱਖੇ ਨੇ ਉਸ ਦਿਨ ਤੋਂ ਹਿੰਦੂ ਤੁਰਕ ਸਭ ਈਰਖਾ ਤੇ ਆਸ-ਪਾਸ ਆਉਂਦਿਆਂ ਨੂੰ ਅਨੇਕਾਂ ਤਰ੍ਹਾਂ ਦੇ ਹਾਸੇ ਮਖੌਲ ਨਕਲਾਂ ਕਰਦੇ ਆ ਸਾਡੀਆਂ। ਪਰ ਅਸੀਂ ਉਹਨਾਂ ਨੂੰ ਇਹੀ ਆਖ ਛੱਡਦੇ ਹਾਂ ਵੀ ਜਿਵੇਂ ਰਾਜੇ ਦੀ ਆਗਿਆ ਤੇ ਰਚਨਾ ਭੰਗ ਕਰਨ ਵਾਲੇ ਨੂੰ ਦੰਡ ਮਿਲਦਾ ਹੈ ਨਾ, ਤੇ ਪਾਲਣ ਪੋਸ਼ਣ ਕਰਨ ਵਾਲੇ ਨੂੰ ਇੱਜ਼ਤ ਮਿਲਦੀ ਹੈ, ਤਿਉਂ ਹੀ ਈਸ਼ਵਰ ਦੀ ਰਚਨਾ ਹੈ ਕੇਸ। ਇਹ ਕੇਸ ਰੱਖਣ ਵਾਲੇ ਬਕੁੰਠ ਦਾ ਸੁੱਖ ਭੋਗਣਗੇ ਤੇ ਕਟਾਉਣ ਵਾਲੇ ਹੁਕਮ ਅਦੂਲੀ ਦੇ ਗੁਨਾਹ ਬਦਲੇ ਨਰਕਾਂ 'ਚ ਪਾਏ ਜਾਣਗੇ। ਭਾਵੇਂ ਇਹ ਉੱਤਰ ਸੁਣ ਕੇ ਉਹ ਖਿੱਚਦੇ ਬਹੁਤ ਨੇ, ਮਾਰਨ ਨੂੰ ਪੈਂਦੇ ਆ, ਪਰ ਅਸੀਂ ਆਪਣੇ ਨਿਸ਼ਚੇ ਦੀ ਆਖਣੋਂ ਨਹੀਂ ਹਟਦੇ। ਇਹ ਬਚਨ ਸੁਣ ਕੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਜਿਹੜੇ ਇਹ ਜਿਹੇ ਈਰਖਾ ਕਰਦੇ ਆ ਸਿਰਫ ਕੇਸ ਵੇਖ ਕੇ ਈਰਖਾ, ਹੁਣ ਵੀ ਐਸਾ ਹੈ। ਆ ਦੇਖੋ ਕੋਈ ਬਾਣਾ ਪਾ ਕੇ ਹੋਏ, ਕਈਆਂ ਨੂੰ ਈਰਖਾ ਬੜੀ ਹੋ ਜਾਂਦੀ ਹੈ, ਭਾਵੇਂ ਉਹ ਕਿਸੇ ਨੂੰ ਕੁਛ ਨਾ ਕਹਿੰਦਾ ਵੀ ਲਾ ਕਿੱਡਾ ਪੱਗੜ ਬੰਨਿਆ, ਬਾਣਾ ਪਾਇਆ, ਕਿਰਪਾਨ ਪਾਈ ਫਿਰਦੇ। ਫਿਰ ਨੁਕਤਾ ਚੀਨੀਆਂ ਉਹ ਇਹ ਉੱਤੋਂ ਹੀ ਨੇ, ਦੂਜੇ ਨੂੰ ਕਹਿਣਗੇ ਅੰਦਰੋਂ ਤਾਂ ਆਏ ਵੀ ਤੁਸੀਂ ਇਸ ਦੁਨੀਆ ਤੇ ਪਵਿੱਤਰ ਆਏ ਹੋ। ਮਾਫ ਕਰਨਾ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਾਣੇ ਨੂੰ ਈਰਖਾ ਕਰਨ ਵਾਲਾ ਉਹ ਦੁਨੀਆ ਦੇ ਵਿੱਚ ਸੁੱਖ ਨਹੀਂ ਪਾ ਸਕਦਾ। ਹਾਂ ਠੀਕ ਹੈ, 4 ਦਿਨ ਮੌਜ ਮਸਤੀ ਸ਼ਾਇਦ ਉਹਨੂੰ ਲੱਗਦਾ ਹੋਊ, ਪਰ ਗੁਰਮੁਖੋ ਫਿਰ ਦਰਗਾਹ 'ਚ ਸਜ਼ਾ ਮਿਲਣੀ ਹੈ। ਕਲਗੀਧਰ ਪਾਤਸ਼ਾਹ ਦਾ ਬਖਸ਼ਿਆ ਹੋਇਆ ਬਾਣਾ ਹੈ ਇਹ। ਇਹਦੇ ਨਾਲ ਇਹ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕਿਹਾ ਸੀ, ਖਾਲਸਾ ਮੇਰੋ ਰੂਪ ਹੈ ਖਾਸ। ਤੇ ਇਹ ਜਿਹੜਾ ਭਾਈ ਬਾਣਾ ਹੈ ਨਾ,
ਇਹ ਖਾਲਸਾਈ ਬਾਣਾ ਗੁਰੂ ਕਲਗੀਧਰ ਪਾਤਸ਼ਾਹ ਦਾ ਸਰੂਪ ਹੈ। ਹੁਣ ਕਿਸੇ ਨੂੰ ਕਹੀਏ ਤਾਂ ਉਹ ਪਰ ਅੱਜ ਕੱਲ੍ਹ ਤਾਂ ਜਿੰਨੇ ਆ ਉਹ ਨੋ ਫਲਾਨਾ ਉਹ ਦੇਖਿਆ ਹੀ ਹੈ, ਉਹਨੇ ਕਿਰਪਾਨ ਪਾਈ, ਉਹ ਐਂ ਕਰਦਾ, ਉਹ ਧਮਕਾਣਾ, ਉਹ ਐਂ ਕਰਦਾ। ਫਿਰ ਆਹ ਗੱਲਾਂ ਤੇ ਉੱਤਰ ਆਉਂਦਾ, ਜਾਣੀ ਕਿ ਦਲੀਲਾਂ ਦੇ ਕੇ ਸਿੱਧ ਕਰਨਾ ਵੀ ਨਹੀਂ ਜੋ ਅਸੀਂ ਅਸੀਂ ਸਹੀ ਹੈ। ਤੇ ਇਸ ਤਰ੍ਹਾਂ ਦਾ ਫਿਰ ਜੇ ਗੱਲ ਰੱਖੀਏ ਵੀ ਭਾਈ ਜੇ ਫਲਾਨਾ ਬਾਣਾ, ਇਹ ਤਾਂ ਜਿਹੜੇ ਆ ਬਾਣੇ ਤੋਂ ਬਿਨਾਂ ਵਾਲੇ ਆ ਉਹ ਕੀ ਕੁਛ ਕਰਦੇ ਆ। ਫਿਰ ਜਿਹੜਾ ਕੋਈ ਮਾੜਾ ਕਰੂਗਾ ਉਹ ਤਾਂ ਲੇਖਾ ਗੁਰੂ ਸਾਹਿਬ ਜੀ ਨੇ ਲੈਣਾ। ਜੇ ਬਾਣਾ ਪਾ ਕੇ ਕੋਈ ਮਾੜਾ ਕਰਮ ਕਰਦਾ ਕੋਈ ਗੱਲ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹਨੂੰ ਕਿਹੜਾ ਬਖਸ਼ਣਾ। ਫਿਰ ਤੁਸੀਂ ਫਿਕਰ ਜਿਵੇਂ ਬਾਣੇ ਵਾਲੇ ਚੰਗੇ ਪੁਰਸ਼ਾਂ ਦੀ ਦੇਖੋ ਨਾ, ਤੇ ਪਰ ਨਹੀਂ ਸੁਰਤ ਨਿਗਾਹ। ਉਹਦਾ ਕਾਰਨ ਕੀ ਹੈ ਕਿ ਆਪਣੇ ਆਪ ਦੇ ਉੱਤੇ ਮੋਹਰ ਲਾਉਣੀ ਹੈ। ਨਹੀਂ ਅਸੀਂ ਤਾਂ ਹੀ ਠੀਕ ਹੈ, ਮਨ ਨੂੰ ਸਮਝਾ ਲੈਂਦਾ ਲੈ ਆਪਾਂ ਉਹਦੇ ਨਾਲੋਂ ਤਾਂ ਚੰਗੇ ਹੀ ਆ, ਉਹ ਝੂਠ ਬੋਲਦਾ, ਉਹ ਫਲਾਨੀ ਗੱਲ ਕਰਦਾ, ਉਹ ਐਂ ਕਰਦਾ। ਇੱਕ ਦਾ ਜੇ ਕੋਈ ਫੜ ਲੈਣਾ ਹੈ ਵੀ ਭਲਿਆ ਤੂੰ ਮਾੜਿਆਂ ਵੱਲ ਕਿਉਂ ਵੇਖਦਾ, ਚੱਲ ਤੂੰ ਉਹਨਾਂ ਨਾਲੋਂ ਚੰਗਾ, ਫਿਰ ਤੂੰ ਬਾਣਾ ਪਾ ਕੇ ਹੋਰ ਪਵਿੱਤਰ ਹੋ ਕੇ ਚੰਗਾ ਬਣ ਕੇ ਦਿਖਾ ਉਹਨਾਂ ਨੂੰ, ਦੇਖੋ ਵੀ ਤੁਸੀਂ ਵੀ ਪਾਇਆ ਅਸੀਂ ਵੀ ਪਾਇਆ। ਪਰ ਬਾਣੇ ਵਾਲਾ ਇਹੋ ਜਿਹਾ ਹੋਣਾ ਚਾਹੀਦਾ ਹੈ। ਤੋ ਕਹਿਣ ਦਾ ਭਾਵ ਹੈ ਕਦੇ ਵੀ ਮਾੜੇ ਵੱਲ ਜਾਂ ਔਗਣਹਾਰੇ ਵੱਲ ਨਹੀਂ ਵੇਖਣਾ। ਸ਼ੁਭ ਵਿਅਕਤੀ ਚੰਗੇ ਕਰਮ ਵਾਲੇ ਵੱਲ ਵੇਖੋ। ਜਿਹੜੇ ਬਹੁਤ ਨੇ ਐਸੇ ਗੁਣੀ ਪੁਰਸ਼ ਬਾਣੇ ਵਾਲੇ ਬੇਅੰਤ ਹਨ, ਪਰ ਅਸਲ ਵਿੱਚ ਕਹਾਣੀ ਕੀ ਹੈ ਕਿ ਬਾਣੇ ਨਾਲ ਈਰਖਾ, ਤੇ ਇਹ ਜਿਹੜੀ ਈਰਖਾਵਾਦੀ ਕਿਸੇ ਦਾ ਤਾਂ ਕੁਛ ਵਿਗਾੜ ਨਹੀਂ ਸਕਦਾ, ਅੰਦਰੋਂ ਅੰਦਰੀ ਰਿੱਝ ਰੁੱਝ ਕੇ ਆਪਣਾ ਆਪ ਜਲਾਉਂਦਾ ਹੈ। ਤੋ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਇਹਨਾਂ ਨੂੰ ਉਪਦੇਸ਼ ਦਿੱਤਾ, ਭਾਈ ਕੋਈ ਗੱਲ ਨਹੀਂ ਜੇ ਉਹ ਪਾਪੀ ਕੋ ਛੇੜਛਾੜ ਕਰਦੇ ਰੱਖਦੇ ਨੇ ਨਾ, ਈਰਖਾ ਰੱਖਦੇ ਨੇ, ਤਾਂ ਤੁਸੀਂ ਡਰੋ ਨਹੀਂ, ਸ਼ਾਸਤਰ ਬੰਨ੍ਹ ਕੇ ਆਇਆ ਕਰੋ, ਕਿਉਂਕਿ ਸ਼ਾਸਤਰਾਂ ਬਿਨਾਂ ਦੁਸ਼ਟ ਦਬਦੇ ਨਹੀਂ ਹੁੰਦੇ। ਇਹੋ ਬਚਨ ਮੰਨ ਕੇ ਸਿੱਖ ਆਪਣੇ ਆਪਣੇ ਘਰ ਨੂੰ ਗਈ ਤੇ ਅੱਗੇ ਨੂੰ ਸ਼ਾਸਤਰ ਵਿੱਦਿਆ ਦਾ ਅਭਿਆਸ ਕਰਨ ਲੱਗੇ। ਥੋੜ੍ਹੇ ਹੀ ਚਿਰ ਦੇ ਵਿੱਚ ਬੰਦੂਕ, ਤੀਰ, ਬਰਛੀ, ਨੇਜੇ, ਤਲਵਾਰ ਚਲਾਉਣ ਇਸ ਤਰ੍ਹਾਂ ਸਭ ਸਿੱਖ ਗਏ। ਉਸ ਸਮੇਂ ਸਿੱਖ ਆਪਸ ਵਿੱਚ ਸਕੇ ਭਾਈਆਂ ਨਾਲੋਂ ਵੀ ਬਹੁਤਾ ਪਿਆਰ ਰੱਖਦੇ ਸੀ। ਜਿਹੜਾ ਗੁਣ ਜਿਹਨੂੰ ਆਉਂਦਾ ਹੁੰਦਾ ਸੀ ਇੱਕ ਦੂਜੇ ਨੂੰ ਪ੍ਰੇਮ ਨਾਲ ਸਿਖਾ ਦਿੰਦੇ ਹੁੰਦੇ ਸੀ। ਜੇ ਕੋਈ ਸਿੱਖ ਰਾਹ ਦੇ ਵਿੱਚ ਥੱਕਾ ਮਾਦਾ ਹੋ ਜਾਂਦਾ ਤਾਂ ਦੂਜੇ ਨੂੰ ਮੁੱਠੀ ਚਾਪੀ ਕਰ ਦਿੰਦੇ, ਦਵਾਈ ਖਿਲਾ ਪਿਲਾ ਕੇ ਤਕੜਾ ਕਰ ਲੈਂਦੇ ਸੀ। ਅੱਜ ਕੱਲ੍ਹ ਵਰਗੇ ਨਹੀਂ ਸਨ। ਇਹ ਜਿਹਾ ਵੀ ਹੁੰਦਾ ਜੋ ਧਿਆਏ ਨੂੰ ਪਾਣੀ ਨਹੀਂ ਦੇਣਾ, ਹਾਂ ਮੂੰਹ ਤੋਂ ਪ੍ਰੀਤੀ ਦਿਲੋਂ ਕੁਰੀਤੀ ਰੱਖਣੀ, ਇਹ ਮਾੜੀ ਹੈ। ਇਹ ਗੱਲ ਜਿਹੜੀ ਹੈ ਗੁਰਸਿੱਖਾਂ ਵਿੱਚ ਨਹੀਂ ਸੀ ਹੁੰਦੀ। ਸੰਮਤ 1750 ਬਿਕਰਮੀ ਨੂੰ ਇੱਕ ਦਿਨ ਸੰਗਤ ਨੇ ਗੁਰੂ ਸਾਹਿਬ ਜੀ ਦੇ ਕੋਲੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਜਿਉਂ-ਜਿਉਂ ਅਸੀਂ ਸ਼ਾਸਤਰ ਵਿੱਦਿਆ ਸਿੱਖਦੇ ਹਾਂ ਤਿਉਂ-ਤਿਉਂ ਜਿਹੜੇ ਤੁਰਕ ਨੇ ਉਹ ਸਾਡੇ ਨਾਲ ਵੈਰ ਕਰਦੇ ਆ। ਅਨੇਕਾਂ ਤਰ੍ਹਾਂ ਦੇ ਉਪਦਰਵ ਉਠਾ ਕੇ ਕੋਈ ਨਾ ਕੋਈ ਜਾਣਬੁੱਝ ਕੇ ਝਗੜਾ ਉਠਾਉਣਾ, ਦੁੱਖ ਦਿੰਦੇ ਆ। ਇਸੇ ਤਰ੍ਹਾਂ ਨਿਤਾ ਪ੍ਰਤੀ ਜਿਹੜੀ ਸੰਗਤ ਆਉਂਦੀ ਹੈ ਉਹੀ ਤੁਰਕਾਂ ਦੇ ਜ਼ੋਰ ਜ਼ੁਲਮ ਸੁਣਾਉਂਦੀ ਹੈ। ਛੇਕੜ ਇੱਕ ਦਿਨ ਦੜਪ ਦੇਸ਼ ਦੀ ਬਹੁਤ ਸੰਗਤ ਆਈ ਤੇ ਕਾਰ ਭੇਟ ਦੀ ਮਾਇਆ ਅਰਪਣ ਕਰਕੇ ਬੇਨਤੀ ਕੀਤੀ, ਮਹਾਰਾਜ ਹੁਣ ਤਾਂ ਤੁਹਾਡੇ ਵੱਲ ਸਾਡਾ ਆਉਣਾ ਹੀ ਤੁਰਕਾਂ ਨੇ ਔਖਾ ਕਰ ਦਿੱਤਾ। ਘੂਰ ਕੱਪ ਤਾਂ ਪਹਿਲਾਂ ਬਹੁਤ ਰੱਖਦੇ ਸੀ, ਹੁਣ ਤਾਂ ਉੱਕਾ ਹੀ ਗਲ ਪੈਣ ਲੱਗ ਪਏ ਨੇ। ਕਈ ਸਿੱਖ ਤਾਂ ਰਾਹ ਵਿੱਚ ਮਾਰੇ ਗਏ, ਕੋਈ ਜ਼ਖਮੀ ਹੋਏ। ਬਹੁਤ ਡਰਦੇ ਮਾਰੇ ਪਿੱਛੇ ਮੁੜ ਗਏ। ਅਸੀਂ ਥੋੜੇ ਹੀ ਤੁਹਾਡੇ ਕੋਲ ਪਹੁੰਚੇ ਹਾਂ। ਹੁਣ ਜੇ ਇਸੇ ਤਰ੍ਹਾਂ ਰੋਜ਼-ਰੋਜ਼ ਹੋਣ ਲੱਗਿਆ ਤਾਂ ਮਹਾਰਾਜ ਸਿੱਖਾਂ ਨੂੰ ਤੁਹਾਡੇ ਦਰਸ਼ਨ ਹੀ ਦੁਰਲਭ ਹੋ ਜਾਣੇ ਆ। ਇਸ ਖਰਾਬੀ ਨੂੰ ਦਬਾਉਣ ਵਾਸਤੇ ਕੁਝ ਬਲ ਦੀ ਵਰਖਾ ਵਸ਼ ਕਰਨੀ ਚਾਹੀਦੀ ਹੈ, ਕਿਉਂਕਿ ਦੰਡ ਬਿਨਾਂ ਦੁਸ਼ਟ ਦਬਦਾ ਨਹੀਂ ਹੁੰਦਾ। ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਫਿਰ ਥੋੜੇ ਸਮਾਂ ਵਿਚਾਰ ਸੋਚ ਕਰਕੇ ਮਹਾਰਾਜ ਕਹਿਣ ਲੱਗੇ, ਭਾਈ ਤੁਸੀਂ ਚਿੰਤਾ ਨਾ ਕਰੋ, ਧੀਰਜ ਤੇ ਉਦਮ ਰੱਖੋ। ਅਕਾਲ ਪੁਰਖ ਕਾਰਨ ਵਿਰੋਧੀ ਜਿਹੜੇ ਨੇ ਉਹਨਾਂ ਦਾ ਆਪੇ ਹੀ ਨਾਸ਼ ਕਰ ਦੂਗਾ। ਇਹ ਬਚਨ ਸੁਣ ਕੇ ਸਿੱਖ ਪ੍ਰਸੰਨ ਹੋਏ ਤੇ ਇਸੇ ਬਚਨ ਤੇ ਭਰੋਸਾ ਕਰਕੇ ਚਰਨਾਂ ਪਰ ਮੱਥਾ ਟੇਕ ਕੇ ਵਿਦਾ ਹੋ ਗਏ। ਉਸੇ ਹੀ ਸਾਲ ਸੰਮਤ 1751 ਬਿਕਰਮੀ ਨੂੰ ਔਰੰਗਜ਼ੇਬ ਦੀ ਸਭਾ ਦੇ ਵਿੱਚ ਕੁਰਾਨ ਦੀ ਇੱਕ ਐਤ ਦੇ ਅਰਥ ਅਨੇਕਾਂ ਮੌਲਵੀਆਂ ਨੇ ਕੀਤੇ, ਪਰ ਬਾਦਸ਼ਾਹ ਨੂੰ ਪਸੰਦ ਨਾ ਆਏ। ਉੱਥੇ ਮੁਅੱਜ਼ਮ ਸ਼ਾਹ ਵੀ ਬੈਠਾ ਸੀ, ਜਿਹਨੂੰ ਬਹਾਦਰ ਸ਼ਾਹ ਕਹਿੰਦੇ ਆ। ਉਹ ਜਦੋਂ ਡੇਰੇ ਆਇਆ, ਜਿਹੜੀ ਦਰਬਾਰ ਦੀ ਚਰਚਾ ਸੀ ਉਹਨੇ ਆਪਣੇ ਉਸਤਾਦ ਦੀਵਾਨ ਭਾਈ ਨੰਦ ਲਾਲ ਜੀ ਨੂੰ ਸੁਣਾਈ
ਤਾਂ ਭਾਈ ਨੰਦ ਲਾਲ ਵਿਦਵਾਨ ਬਹੁਤ ਸੀ। ਇਹਨਾਂ ਨੇ ਉਸ ਐਤ ਦੇ ਅਰਥ ਇਸ ਅਦਭੁਤ ਜੇ ਕੀਤੇ ਕਿ ਇਹ ਜਾ ਕੇ ਜਿਹੜਾ ਬਹਾਦਰ ਸ਼ਾਹ ਸੀ ਮੁਅੱਜ਼ਮ ਸ਼ਾਹ, ਉਹਨੇ ਕਿਤੇ ਦਰਬਾਰ 'ਚ ਸੁਣਾਤੇ। ਸੁਣ ਕੇ ਔਰੰਗਜ਼ੇਬ ਬਹੁਤ ਖੁਸ਼ ਹੋਇਆ ਤੇ ਪਤਾ ਲੱਗਿਆ ਇਹ ਤਾਂ ਭਾਈ ਨੰਦ ਲਾਲ ਜੀ ਨੇ ਅਰਥ ਕੀਤੇ ਆ। ਤਾਂ ਮੌਲਵੀਆਂ ਨੇ ਸੜ ਬਲ ਕੇ ਫਤਵਾ ਦਵਾਤਾ ਕਿ ਐਡਾ ਇਲਮਦਾਰ ਬੰਦਾ ਹੋਵੇ, ਉਹ ਹਿੰਦੂ ਕਿਉਂ, ਉਹਨੂੰ ਮੋਮਨ ਕਰ ਲੈਣਾ ਚਾਹੀਦਾ। ਔਰੰਗਜ਼ੇਬ ਇਹ ਚਾਹੁੰਦਾ ਹੀ ਸੀ, ਪਰ ਭਾਈ ਨੰਦ ਲਾਲ ਜੀ ਤੋਂ ਜਦੋਂ ਇਹਨਾਂ ਨੇ ਬਹਾਦਰ ਸ਼ਾਹ ਮੁਅੱਜ਼ਮ ਸ਼ਾਹ ਤੋਂ ਇਹ ਗੱਲ ਸੁਣੀ ਤਾਂ ਉਸ ਸਮੇਂ ਫਿਰ ਦੁੱਖ ਲੱਗਿਆ। ਸਾਰੀ ਗੱਲ ਦੱਸਦੀ ਮੁਅੱਜ਼ਮ ਸ਼ਾਹ ਨੂੰ ਕਿ ਮੈਨੂੰ ਆਪਣਾ ਧਰਮ ਪਿਆਰਾ, ਤੁਹਾਨੂੰ ਆਪਣਾ। ਫਿਰ ਇਹ ਹੋਇਆ ਕਿ ਹੁਣ ਔਰੰਗਜ਼ੇਬ ਤਾਂ ਫਿਰ ਸਜ਼ਾ ਦੇਊਗਾ ਹੀ, ਜੇ ਨਾ ਤੁਸੀਂ ਮੁਸਲਮਾਨ ਬਣੇ ਉਹਨੇ ਖਤਮ ਕਰ ਦੇਣਾ। ਹੁਣ ਉਹਦੇ ਹੁਕਮ ਨੂੰ ਕੌਣ ਟਾਲੇ। ਫਿਰ ਇਹਦੀ ਬਹਾਦਰ ਸ਼ਾਹ ਨੇ ਮਦਦ ਕੀਤੀ। ਭਾਈ ਨੰਦ ਲਾਲ ਜੀ ਉਹਦੀ ਸਹਾਇਤਾ ਨਾਲ ਹੀ ਭੱਜ ਕੇ ਗੁਰੂ ਸਾਹਿਬ ਜੀ ਦੇ ਕੋਲ ਆ ਗਏ ਤੇ ਨਾਲੇ ਮੁਅੱਜ਼ਮ ਸ਼ਾਹ ਦੀ ਜਿਹੜੀ ਡਿਊਟੀ ਦਾ ਜਿਹੜਾ ਦਰੋਗਾ ਸੀ ਸੈਯਦ ਅਨਾਇਤ ਹੁਸੈਨ ਖਾਂ, ਇਹ ਪਹਿਰੇਦਾਰ ਹੁੰਦਾ ਸੀ। ਇਹ ਭਾਈ ਨੰਦ ਲਾਲ ਜੀ ਤੋਂ ਬਹੁਤ ਪ੍ਰਭਾਵਿਤ ਸੀ। ਇਹਨੂੰ ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਸਾਖੀਆਂ ਸੁਣਾਉਣੀਆਂ, ਇਹ ਆ ਮਹਾਰਾਜ ਇਸ ਤਰ੍ਹਾਂ ਪਹਿਲੇ ਗੁਰੂਆਂ ਦੀਆਂ ਸੁਣਾਉਣੀਆਂ ਸੀ। ਇਹ ਦੇਖੋ ਦਰੋਗਾ ਸੈਯਦ ਅਨਾਇਤ ਹੁਸੈਨ ਖਾਂ ਦਾ ਨਾਂ ਸੀ। ਤੇ ਭਾਈ ਨੰਦ ਲਾਲ ਜੀ ਦਾ ਸੱਚਾ ਸਤਸੰਗੀ ਫਕੀਰ ਦੋਸਤ ਧਰਮੀ ਪੁਰਖ ਸੀ। ਜਦੋਂ ਇਹਨੂੰ ਪਤਾ, ਕਿਉਂਕਿ ਭਜਾਉਣ ਵਾਲਾ ਇਹ ਵੀ ਸੀ, ਨਾਲ ਪਹਿਰੇ ਤੇ ਮੁੱਖ ਸੀ, ਫਿਰ ਪਤਾ ਇਹਨੂੰ ਵੀ ਹੈ ਕਿ ਹੁਣ ਮੈਨੂੰ ਸਜ਼ਾ ਮਿਲੂ। ਬਾਅਦ 'ਚ ਭਾਈ ਨੰਦ ਲਾਲ ਜੀ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਆਨੰਦਪੁਰ ਸਾਹਿਬ ਆ ਗਿਆ। ਜਥਾਯੋਗ ਅਸ਼ਰਫੀਆਂ ਗੁਰੂ ਸਾਹਿਬ ਦੇ ਅੱਗੇ ਨਜ਼ਰਾਨਾ ਭੇਟ ਕੀਤੀਆਂ ਤੇ ਰਹਿਣ ਲੱਗ ਪਏ। ਹੁਣ ਭਾਵੇਂ ਗੁਰੂ ਸਾਹਿਬ ਦੇ ਲੰਗਰੋਂ ਪ੍ਰਸ਼ਾਦ ਸਭ ਨੂੰ ਮਿਲਦਾ ਸੀ, ਪਰ ਭਾਈ ਨੰਦ ਲਾਲ ਜੀ ਚਿਰ ਤੱਕ ਵੱਖਰਾ ਲੰਗਰ ਲਾ ਕੇ ਛਕਦੇ ਸਾਸੰਗ ਕਰਦੇ ਰਹੇ। ਤਾਂ ਇੱਕ ਸਮੇਂ ਪੌਂਟਾ ਸਾਹਿਬ ਤੋਂ ਜਿਹੜੇ ਸੰਸਕ੍ਰਿਤ ਪੜ੍ਹਨ ਵਾਸਤੇ ਸਿੱਖ ਭੇਜੇ ਸਨ, ਭਾਈ ਵੀਰ ਸਿੰਘ, ਰਾਮ ਸਿੰਘ ਹੁਣੀ, ਉਹ ਪੰਡਤ ਵਿਦਵਾਨ ਬਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਆਏ ਤਾਂ ਸਤਿਗੁਰਾਂ ਨੇ ਬਹੁਤ ਖੁਸ਼ੀ ਮਨਾਈ। ਅਨੇਕਾਂ ਸਿੱਖ ਸੰਸਕ੍ਰਿਤ ਪੜ੍ਹਨ ਵਾਸਤੇ ਉਹਨਾਂ ਦੇ ਸਪੁਰਦ ਕੀਤੇ। ਕਵੀਸ਼ਰਾਂ ਨੇ ਗੁਰੂ ਸਾਹਿਬ ਦੇ ਹੁਕਮ ਦੇ ਅਨੁਸਾਰ ਫਿਰ ਦੇਵੀ ਭਾਗਵਤ, ਵਿਸ਼ਨੂੰ ਭਾਗਵਤ ਦਾ ਇਉਂ 10ਵੇਂ ਇਕਾਦਸ਼, ਸਕੰਦ, ਪਦਮ ਪੁਰਾਣ, ਵਾਲਮੀਕੀ ਰਮਾਇਣ, ਵਿਸ਼ਿਸ਼ਟ ਮਹਾਭਾਰਤ, ਉਪਨਿਸ਼ਦਾਂ, ਭੋਜ ਪ੍ਰਬੰਧ, ਚਾਣਕਿਆ, ਸ਼ੁਕਰ ਨੀਤੀ, ਗੁਰੂ ਗੀਤਾ, ਖਸ਼ਟਮ ਸ਼ਾਸਤਰੋਪੈ, ਸੂਰਜ ਨੀਤੀ ਸ਼ਤਕ, ਹੋਰ ਮਨੂ, ਯਾਗਵਲਕ, ਬਹੁਤ ਜ਼ਿਆਦਾ ਗ੍ਰੰਥ ਸੀ ਜਿਹੜੇ ਸੰਸਕ੍ਰਿਤ ਦੇ ਗ੍ਰੰਥ ਸਨ। ਇਹਨਾਂ ਦੇ ਸਾਰੇ ਉਲੱਥੇ ਮਹਾਰਾਜ ਨੇ ਭਾਖਾ ਬੋਲੀ ਵਿੱਚ ਕਰਾਏ ਕਿ ਉਹਨਾਂ ਪੰਡਤਾਂ ਤੋਂ ਸੁਣ ਕੇ ਛੰਦਾਬੰਦ ਸੁਗਮ ਭਾਸ਼ਾ, ਸੌਖੀ ਭਾਸ਼ਾ 'ਚ ਕੀਤੇ। ਤੇ ਭਾਈ ਨੰਦ ਚੰਦ ਜੀ ਜਿਹੜੇ ਹਨ ਡਰੋਲੀ ਵਾਲੇ, ਇੱਥੇ ਧਿਆਨ ਰੱਖਣਾ ਕਥਾ ਸੁਣਦਿਆਂ, ਇੱਕ ਜਗ੍ਹਾ ਨੰਦ ਲਾਲ ਤੇ ਇੱਕ ਜਗ੍ਹਾ ਨੰਦ ਚੰਦ। ਇਹ ਨੰਦ ਚੰਦ ਡਰੋਲੀ ਦੇ ਸਨ। ਇਹਨਾਂ ਤੋਂ ਫਿਰ ਫਾਰਸੀ ਕਿਤਾਬਾਂ, ਬਹਾਰ ਦਾਸ਼ਕ, ਇਹੋ ਜਿਹੀਆਂ ਭਾਸ਼ਾ ਕਰਾਈਆਂ। ਇਹਨਾਂ ਦੀ ਸੰਗਤ ਕਰਕੇ ਅਨੇਕਾਂ ਸਿੱਖ ਸੰਸਕ੍ਰਿਤ ਫਾਰਸੀ ਪੜ੍ਹੇ, ਜਿਹੜੇ ਉਹ ਪਰਾਏ ਸੀ, ਨਿਰਮਲੇ ਜਿਨ੍ਹਾਂ ਨੂੰ ਕਿਹਾ ਗਿਆ। ਗੁਰੂ ਸਾਹਿਬ ਜੀ ਦਾ ਇਹ ਪੱਕਾ ਸੰਕਲਪ ਸੀ, ਪੰਥ ਖਾਲਸਾ, ਸ਼ਾਸਤਰ ਤੇ ਸ਼ਾਸਤਰ ਦੋਹਾਂ ਵਿਦਿਆ ਤੋਂ ਵਾਕਫ ਹੋ ਕੇ ਇਹ ਜਿਹੜੇ ਕੱਚੇ ਭਰਮ ਨੇ ਇਹਨਾਂ ਨੂੰ ਤੋੜ ਕੇ ਸਾਰੇ ਪੰਥਾਂ ਦੇ ਉੱਤੋਂ ਸ਼੍ਰੋਮਣੀ ਹੋਵੇਗਾ। ਕਿਉਂਕਿ ਇਹੋ ਹੀ ਦੋ ਵਿਦਿਆ ਹੀ ਬਹੁਤ ਕਰਕੇ ਖਾਲਸੇ ਨੂੰ ਕੰਮ ਆਉਣੀ ਹੈ, ਸ਼ਾਸਤਰ ਤੇ ਸ਼ਸਤਰ। ਸ਼ਸਤਰ ਦੇ ਨਾਲ ਜੁਨਮ ਨੂੰ, ਅਨੀਤੀ ਨੂੰ ਰੋਕਣਾ, ਸ਼ਾਸਤਰ ਵਿਦਿਆ ਤੋਂ ਜਾਣੂ ਹੋ ਕੇ ਕਰਮ ਕਾਂਡ ਤੋਂ ਬਚਣਾ। ਇੱਕ ਦਿਨ ਉਸ ਸਮੇਂ ਗੁਰੂ ਸਾਹਿਬ ਦੇ ਦਰਸ਼ਨ ਵਾਸਤੇ ਸੰਨਿਆਸੀ ਫਕੀਰਾਂ ਦੀ ਜਮਾਤ ਆਈ ਤੇ ਉਹਨਾਂ ਨੇ ਆਪਣੇ ਸੰਨਿਆਸ ਧਰਮ ਤੇ ਤਿਆਗ ਦੀ ਬਹੁਤ ਵਡਿਆਈ ਕਰ ਕਰਕੇ ਗੱਲ ਵਿੱਚ ਇਹ ਪ੍ਰਗਟ ਕੀਤਾ ਸੀ, ਤਿਆਗੀ ਆ, ਪੈਸਾ ਰੁਪਈਆ ਨਹੀਂ ਰੱਖਦੇ, ਗੁਰੂ ਸਾਹਿਬ ਜੀ ਸਾਨੂੰ ਲੋਈਆਂ ਲੈ ਦੇਣ, ਗੁਰੂ ਸਾਹਿਬ ਜੀ ਅੰਤਰਜਾਮੀ ਕੌਤਕੀ ਨੇ। ਤੇ ਉਹਨਾਂ ਦਾ ਪੋਲ ਕੱਢਣ ਵਾਸਤੇ ਉਹਨਾਂ ਦੀਆਂ ਪੋਥੀਆਂ, ਕਠਾਰੀਆਂ ਇੱਕ ਥਾਂ ਤੇ ਰਖਾ ਲਈਆਂ ਸਾਰੀਆਂ, ਪੰਗਤ ਦੇ ਵਿੱਚ ਭੋਜਨ ਕਰਨ ਵਾਸਤੇ ਬਿਠਾਤੇ। ਤੇ ਗੁਰੂ ਸਾਹਿਬ ਦਾ ਇਸ਼ਾਰਾ ਹੋਇਆ ਜਦੋਂ ਸਿੱਖਾਂ ਨੇ ਤੁੰਬੇ ਕਠਾਰੀਆਂ ਦੀ ਰਾਲ ਗਰਮ ਕਰਕੇ ਪੋਥੀਆਂ ਖੋਲ ਕੇ ਦੇਖੀਆਂ, ਵਿੱਚੋਂ ਮੋਹਰਾਂ ਨਿਕਲੀਆਂ।
ਸੰਗਤ ਅਚਰਜ ਰਹਿ ਗਈ ਤੇ ਬੜੇ ਸ਼ਰਮਿੰਦੇ ਹੋਏ, ਜਿਹੜੇ ਕਹਿੰਦੇ ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ। ਗੁਰੂ ਸਾਹਿਬ ਜੀ ਨੂੰ ਅੰਤਰਜਾਮੀ ਸਰਬੱਗ ਸਮਝ ਕੇ ਉਹਨਾਂ ਨੇ ਫਿਰ ਤਰਲੇ ਕਰਕੇ ਸਤਿਗੁਰੂ ਜੀ ਦੇ ਚਰਨ ਫੜ ਲਏ ਤੇ ਨੱਕ ਦੇ ਨਾਲ ਲਕੀਰਾਂ ਕੱਢੀਆਂ। ਅੱਗੇ ਨੂੰ ਐਸੇ ਪਖੰਡ ਕਰਨ ਤੋਂ ਸੌਹਾਂ ਖਾਧੀਆਂ। ਸਤਿਗੁਰੂ ਜੀ ਨੇ ਸਭ ਪਦਾਰਥ ਉਹਨਾਂ ਦਾ ਉਹਨਾਂ ਨੂੰ ਹੀ ਦਵਾਤਾ ਤੇ ਸ਼ਰਮਿੰਦੇ ਹੋ ਕੇ ਗਏ। ਉਹਨਾਂ ਸਾਰੇ ਭੇਖਾਂ ਵਿੱਚ ਇਹ ਗੱਲ ਖੰਡਾਤੀ ਕਿ ਸ੍ਰੀ ਕਲਗੀਧਰ ਜੀ ਅੰਤਰਜਾਮੀ ਆ, ਸਰਬੱਗ ਰਿਖੀ ਨੇ, ਔਰ ਕਾਪਟ ਛਾਲ ਦੰਭ ਦੇ ਘਾਲਕ ਨਾਸ਼ ਕਰਨ ਵਾਲੇ ਆ, ਸੱਚੇ ਧਰਮ ਦੇ ਪਾਲਕ ਨੇ। ਇਸੇ ਹੀ ਸਾਲ ਇੱਕ ਦਿਨ ਇੱਕ ਫਕੀਰ ਸੀ ਜਿਹਦਾ ਨਾਂ ਸੀ ਰੋਡਾ ਜਲਾਲੀ। ਗੁਰੂ ਸਾਹਿਬ ਦੇ ਬਗੀਚੇ ਵਿੱਚੋਂ ਚੰਗੇ ਚੰਗੇ ਫੁੱਲ ਤੋੜ ਲਿਆਇਆ ਤੇ ਉਹੀ ਗੁਰੂ ਸਾਹਿਬ ਦੇ ਅੱਗੇ ਧਰ ਕੇ ਮੱਥਾ ਟੇਕਦਾ। ਸਤਿਗੁਰੂ ਕਹਿਣ ਲੱਗੇ, ਫਕੀਰ ਸਾਈਂ, ਇਹ ਲਹਿ ਲਹਾਉਂਦੇ ਫੁੱਲ ਕਿਉਂ ਤੋੜੇ? ਉਹ ਕਹਿੰਦਾ, ਮਹਾਰਾਜ ਸਤਿਪੁਰਖਾਂ ਅੱਗੇ ਖਾਲੀ ਹੱਥ ਜਾਣਾ ਚੰਗਾ ਨਹੀਂ, ਮੇਰੇ ਪਾਸ ਹੋਰ ਕੁਛ ਹੈ ਨਹੀਂ ਸੀ, ਫੁੱਲ ਤੋੜ ਲਏ। ਗੁਰੂ ਸਾਹਿਬ ਜੀ ਨੇ ਇਸ਼ਾਰੇ ਨਾਲ ਭਾਈ ਮਨੀ ਸਿੰਘ ਜੀ ਫਿਰ ਕੋਲ, ਜਿਹੜੇ ਮਨੀਆਂ ਜੀ ਸਾਨੂੰ, ਹੱਥ ਮਾਰ ਕੇ ਫਕੀਰ ਦੀ ਟੋਪੀ ਲਾ ਲਈ ਸਿਰ ਤੋਂ। ਉਹਦੇ ਵਿੱਚੋਂ 5 ਮੋਹਰਾਂ 2 ਰੁਪਈਏ ਨਿਕਲੇ, ਜਿਨ੍ਹਾਂ ਨੂੰ ਦੇਖ ਕੇ ਉਹਦੇ ਛਾਲ ਤੇ ਸੰਗਤ ਹੱਸ ਪਈ। ਉਹ ਵੀ ਸ਼ਰਮਿੰਦਾ ਹੋਇਆ। ਇਸੇ ਤਰ੍ਹਾਂ 1752 ਬਿਕਰਮੀ ਵਿਸਾਖੀ ਦੇ ਉੱਤੇ ਦੜਪ ਦੇਸ਼ ਦੀ ਸੰਗਤ ਨੇ ਆ ਕੇ ਇੱਕ ਦਿਨ ਗੁਰੂ ਸਾਹਿਬ ਕੋਲੇ ਫਰਿਆਦ ਕੀਤੀ, ਮਹਾਰਾਜ ਸੱਚੇ ਪਾਤਸ਼ਾਹ, ਆ ਬਜਰੂੜ ਪਿੰਡ ਹੈ, ਉੱਥੋਂ ਦੇ ਰੰਗੜ, ਉਹਨਾਂ ਨੇ ਸਾਡਾ ਸਾਰਾ ਸਵਾਬ ਤੇ ਨਗਦੀ ਖੋਲੀ, ਕਈ ਜ਼ਖਮੀ ਤੇ 4 ਸਿੱਖ ਸ਼ਹੀਦ ਵੀ ਹੋ ਗਏ। ਇਦੋਂ ਪਹਿਲਾਂ ਵੀ ਕਈ ਵਾਰੀ ਹੋਰ ਜਿਹੜੇ ਸੀ ਬਜਰੂੜ ਦੇ ਜਿਹੜੇ ਸੀਗੇ, ਇੱਕ ਨੋਹ ਸੀ, ਨੋਹ ਇਹ ਪਿੰਡ ਰੰਗੜਾਂ ਦੇ ਸੀ ਤੇ ਇਹ ਸੰਗਤ ਨੂੰ ਲੁੱਟ ਲੈਂਦੇ ਹੁੰਦੇ ਸੀ ਆਉਂਦੀ। ਹੋਰ ਵੀ ਮਹਾਰਾਜ ਇਸ ਤਰ੍ਹਾਂ ਦੇ ਤੁਰਕਾਂ ਦੇ ਜ਼ੁਲਮ ਦੱਸੇ ਜਦੋਂ ਸਾਰੇ। ਇਸ ਕਰਕੇ ਦੜਪ ਦੇਸ਼ ਦੇ ਸਿੱਖਾਂ ਦੀ ਫਰਿਆਦ ਸੁਣ ਕੇ ਗੁਰੂ ਸਾਹਿਬ ਨੇ ਦੂਜੇ ਦਿਨ ਦਰਿਆਓ ਪਾਰ ਜਾ ਕੇ ਬਜਰੂੜ ਘੇਰ ਲਿਆ। ਥੋੜੀ ਜਿਹੀ ਲੜਾਈ ਕਰਕੇ ਉੱਥੋਂ ਦੇ ਰੰਗੜ ਗੁੱਜਰ ਹਾਰ ਕੇ ਨੱਠ ਭੱਜ ਢੱਕਾਂ 'ਚ ਜਾ ਵੜੇ। ਸਿੱਖਾਂ ਨੇ ਹੱਲਾ ਕਰਕੇ ਆਪਣਾ ਮਾਲ ਸਵਾਬ ਕੱਢ ਲਿਆ। ਉਸ ਦਿਨ ਤੋਂ ਸਾਰੀ ਸੰਗਤ ਨੂੰ ਸ਼ਾਸਤਰ ਪਹਿਨਣ ਦਾ ਹੁਕਮ ਗੁਰੂ ਸਾਹਿਬ ਨੇ ਬੜੀ ਤਾਕੀਦ ਨਾਲ ਕੀਤਾ, ਜਿਸ ਤੋਂ ਸਾਰੇ ਸਿੱਖ ਸ਼ਾਸਤਰ ਸਿੱਖਣ ਲੱਗ ਪਏ। ਭਾਵੇਂ ਯਾਤਰੀ ਆਉਂਦੇ ਤਾਂ 12 ਮਹੀਨੇ ਹੀ ਰਹਿੰਦੇ ਸੀ, ਪਰ ਵਿਸਾਖੀ, ਦੀਵਾਲੀ ਤੇ ਹੋਲਾ ਇਸ ਸਮੇਂ ਸੰਗਤਾਂ ਆਉਂਦੀਆਂ ਜਿਵੇਂ ਸੌਣ ਦੀਆਂ ਘਟਾ ਚੜ੍ਹ ਕੇ ਆਉਂਦੀਆਂ। ਇਹਨਾਂ ਨੂੰ ਵੇਖ ਵੇਖ ਕੇ ਹਿੰਦੂ ਤੁਰਕ ਬਾਦੀ ਲੋਕ ਜਿਹੜੇ ਆ ਭੇਖੀਓਂ ਖਿੱਚਦੇ ਸੀ, ਜਿਵੇਂ ਗੰਜਾ ਪੁਰਖ ਕੇਸਾਂ ਵਾਲੇ ਨੂੰ ਤੇ ਕਾਣਾ ਸੁਨੱਖੇ ਨੂੰ, ਨਕਟਾ ਨੱਕ ਵਾਲੇ ਨੂੰ, ਚੋਰ ਸਾਧ ਨੂੰ ਦੇਖ ਕੇ ਖਿੱਚਦਾ ਹੈ। ਹੁਣ ਸਿੱਖ ਵੀ ਜਿਹੜੇ ਨੇ ਅਤੀ ਪ੍ਰੇਮ ਉਤਸ਼ਾਹ ਨਾਲ ਸ਼ਬਦ ਕੀਰਤਨ ਕਰਦੇ ਸਤਿਗੁਰਾਂ ਕੋਲੇ ਆਉਣੋਂ ਨਹੀਂ ਸੀ ਹਟਦੇ। ਉਹ ਦੁਸ਼ਟ ਭਾਵੇਂ ਕਿੰਨਾ ਹੀ ਖਿੱਚਦੇ, ਦੁੱਖ ਦਿੰਦੇ, ਪਰ ਸਤਿਗੁਰਾਂ ਕੋਲ ਆ ਕੇ ਸਿੱਖ ਦਰਸ਼ਨ ਉਪਦੇਸ਼ ਬਾਂਛਤ ਫਲ ਪਾਉਂਦੇ ਤਾਂ ਸਾਰਾ ਦੁੱਖ ਭੁੱਲ ਜਾਂਦੇ ਸਨ। ਗੁਰੂ ਸਾਹਿਬ ਜੀ ਹਰ ਵੇਲੇ ਸ਼ਾਸਤਰ ਬੰਨ੍ਹ ਕੇ ਆਉਣ ਦਾ ਦ੍ਰਿੜ ਉਪਦੇਸ਼ ਕਰਦੇ ਰਹਿੰਦੇ, ਜਿਹਦਾ ਸਿੱਟਾ ਛੇਕੜੇ ਨਿਕਲਿਆ ਕਿ ਗੁਰੂ ਕੇ ਸਿੱਖ ਫਿਰ ਟੋਲਿਆਂ ਦੇ ਟੋਲੇ ਸ਼ਾਸਤਰ ਬੰਨ੍ਹ ਕੇ ਆਉਣ ਲੱਗ ਪਏ, ਜਿਨ੍ਹਾਂ ਨੂੰ ਦੇਖ ਕੇ ਜਿਹੜੇ ਤੁਰਕ ਸੀ ਜਾਂ ਤੁਰਕਾਂ ਨਾਲ ਸੰਧੀ ਰੱਖਣ ਵਾਲੇ ਹਿੰਦੂ ਸੀ ਤੇ ਉਹ ਤਾਂ ਨੇੜੇ ਹੀ ਨਾ ਟੁਕਿਆ ਕਰਨ, ਤੇ ਜਿਹੜੇ ਕਦੇ ਬਹੁਤੇ ਬਾਦੀ ਇਕੱਠੇ ਹੋ ਕੇ ਗਲ ਪੈਂਦੇ, ਸਿੱਖ ਫਿਰ ਹਿੰਮਤ ਨਾਲ ਜੰਗ ਕਰਦੇ, ਉਹਨਾਂ ਦੇ ਦੰਦ ਖੱਟੇ ਕਰਕੇ ਆਉਂਦੇ, ਸਗੋਂ ਫਿਰ ਸੂਰਬੀਰ ਨਿਰਭੈ ਹੋ ਗਏ। ਇਸੇ ਤਰ੍ਹਾਂ ਗੁਰੂ ਸਾਹਿਬ ਦੇ ਸਿੱਖ ਹੌਲੀ ਹੌਲੀ ਜੁਝਾਰੂ ਹੋ ਗਏ, ਉੱਗੇ ਹੋ ਗਏ। ਇਹਨਾਂ ਨੂੰ ਦੇਖ ਕੇ ਫਿਰ ਉਹ ਲੋਕ ਮਨ ਦੇ ਵਿੱਚ ਖਿਜਣ ਲੱਗ ਪਏ, ਪੇਸ਼ ਨਾ ਕੁਝ ਜਾਵੇ। ਜਦੋਂ ਇਸੇ ਤਰ੍ਹਾਂ ਅਨੇਕਾਂ ਜਗ੍ਹਾ ਸਿੱਖਾਂ ਦੇ ਨਾਲ ਜਿਹੜੇ ਝਗੜਾਲੂ ਹਿੰਦੂ ਜਾਂ ਤੁਰਕ ਸੀ ਉਹ ਵਿਵਾਦ ਫਸਾਦ ਰੱਖਣ ਲੱਗੇ। ਇੱਕ ਦਿਨ ਭਾਈ ਨੰਦ ਚੰਦ ਜੀ ਹੋਰ ਸਿਆਣੇ ਬਹਾਦਰਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਹੁਣ ਬੱਦਲਾਂ ਦੇ ਹੇਠ ਸੂਰਜ ਕਦੋਂ ਤੱਕ ਛਿਪਿਆ ਰਹੂ? ਪ੍ਰਗਟ ਹੋ ਕੇ ਧਰਮ ਦੀ ਪਾਲਣਾ, ਅਧਰਮ ਦੀ ਹਾਨੀ ਕਰਨੀ ਚਾਹੀਦੀ ਹੈ। ਦੁਸ਼ਟ ਲੋਕਾਂ ਨੇ ਸਿੱਖਾਂ ਨੂੰ ਬਹੁਤ ਦੁੱਖ ਦੇ ਰੱਖਿਆ। ਆਪ ਦਾ ਬਿਰਧ ਭਗਤ ਵਤਸਲ ਹੈ, ਸੋ ਸਿੱਖਾਂ ਭਗਤਾਂ ਦੀ ਰੱਖਿਆ ਕਰਨੀ ਯੋਗ ਹੈ। ਇਹ ਜਿਹੜੀ ਬੇਨਤੀ ਪ੍ਰਾਰਥਨਾ ਸੁਣ ਕੇ ਗੁਰੂ ਸਾਹਿਬ ਨੇ ਸਮਝ ਲਿਆ ਕਿ ਹੁਣ ਉਹ ਸਮਾਂ ਆ ਗਿਆ। ਗੁਰੂ ਘਰ ਦੇ ਵਿੱਚ 2 ਤਾਕਤਾਂ ਨੇ, ਇੱਕ ਕਰਾਮਾਤ ਸੂਖਮ ਦੌਲਤ, ਦੂਜੀ ਅਸਥੂਲ ਸਿੱਖੀ ਸੇਵਕੀ ਤੇ ਫੌਜ ਦੀ ਸ਼ਕਤੀ। ਸੋ ਜਿਵੇਂ ਸੁਪਨੇ ਦੇ ਗਿੱਦੜ, ਕੁੱਤੇ, ਸ਼ੇਰ, ਹਾਥੀ ਸੁਪਨੇ ਦੇ ਹੀ ਸ਼ਸਤਰਾਂ ਨਾਲ ਮਾਰੇ ਜਾ ਸਕਦੇ ਆ,
ਇਸੇ ਤਰ੍ਹਾਂ ਫਿਰ ਜਾਗਰਤ ਤੇ ਸਥੂਲ ਜਿਹੜੇ ਸ਼ਾਸਤਰ, ਇਹਨਾਂ ਦੇ ਨਾਲ ਸਰੂਪ ਸ਼ਾਸਤਰਾਂ ਨਾਲ ਹੀ ਇਹਨਾਂ ਨੂੰ ਠੀਕ ਕਰਨਾ ਪੈਂਦਾ। ਸੋ ਸਤਿਗੁਰਾਂ ਨੇ ਸਾਰੇ ਸਿੱਖਾਂ ਦੇਸ਼ਾਂ ਦੇ ਸੰਤਰਾਂ ਹੁਕਮਨਾਮੇ ਲਿਖਤੇ ਕਿ ਭਾਈ ਸ਼ਾਸਤਰ ਵਿਦਿਆ ਸਿੱਖੋ। ਇਸ ਤਰ੍ਹਾਂ ਮਹਾਰਾਜ ਨੇ ਸ਼ਾਸਤਰ ਧਾਰਨ ਕਰਾਉਣੇ ਸ਼ੁਰੂ ਕਰਤੇ। ਹੁਣ ਗੁਰੂ ਪਾਤਸ਼ਾਹ ਮਹਾਰਾਜ ਨੇ ਖਾਲਸਾ ਸਾਜਣ ਦੀਆਂ ਤਿਆਰੀਆਂ ਇੱਥੋਂ ਫਿਰ ਆਰੰਭ ਕਰਤੀਆਂ। ਆਓ ਹੁਣ ਟਾਈਮ ਹੋ ਗਿਆ ਸਮਾਪਤੀ ਦਾ, ਬਾਕੀ ਆਪਾਂ ਕਥਾ ਕੱਲ ਅੱਗੇ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।